हरा इंकलाब ही तुहाडे मुताबक खेती का संकट बन गया? देखो इसनूं नाम जरूर हरे इनकलाब का दिता गया, बेसिकली ये हरा घरेलू घर ही साबित होया। इसने करजा इन्हें दिता, पानी साडा ये खा गया, खुदकुशियां दी फसल इन्हें उगानी शुरू कर दी, साडी फसली विभिन्नता ये खा गया। ਇਹਦੇ ਨਾਲ ਇਹ नहीं लगता भी हरा इंकलाब ਜਿਹੜਾ ਬੰਬੀਆਂ ਦੇ ਜਿਹੜੇ ਕੋਠੇ ਕੱਚੇ ਹੁੰਦੇ ਉਹਨਾਂ ਦੀ ਥਾਂ ਤੇ ਵੱਡੀਆਂ ਵੱਡੀਆਂ ਕੋਠੀਆਂ ਬਣਾਤੀਆਂ, ਟਰੈਕਟਰਾਂ ਦੀ ਥਾਂ ਤੇ ਫੋਰਚੂਨਰ ਆ ਗਏ, ਵਿਆਹ ਜਿਹੜੇ ਗਲੀ ਮੁਹੱਲਿਆਂ 'ਚ ਹੁੰਦੇ ਸੀ, ਧਰਮਸ਼ਾਲਾਵਾਂ 'ਚ ਹੁੰਦੇ ਸੀ, ਉਹ ਵੱਡੇ ਵੱਡੇ ਪੈਲਸਾਂ 'ਚ ਹੋਣ ਲੱਗ ਪਏ। ਤੇ ਖਾਸ ਕਰਕੇ ਕਿਸਾਨਾਂ ਦੇ ਪੁੱਤ ਜਿਹੜੇ ਨੇ ਵੱਡੇ ਗਾਇਕ ਬਣ ਗਏ। ਕਿਸਾਨਾਂ ਦੇ ਪੁੱਤ ਤੇ ਧੀਆਂ ਜਿਹੜੀਆਂ ਨੇ ਕੈਨੇਡਾ ਅਮਰੀਕਾ ਚਲ ਗਈਆਂ। ਇਹ ਹਰੇ ਇੰਕਲਾਬ ਦਾ ਕਮਾਲ ਨਹੀਂ ਗਾ? ਛੋਟੀ ਤੇ ਦਰਮਿਆਨੀ ਕਿਸਾਨੀ ਦਾ ਬਹੁਤ ਭੈੜਾ ਹਾਲ ਹੈ। ਖੁਦਕੁਸ਼ੀ ਵੱਧ ਵੀ ਛੋਟੀ ਕਿਸਾਨੀ 'ਚ ਹੈ। ਇਹ ਕਰਜ਼ਾ ਵੀ ਹਕੀਕਤ ਹੈ ਔਰ ਖੁਦਕੁਸ਼ੀ ਪੰਜਾਬ ਦੀ ਹਕੀਕਤ ਹੈ। ਫੈਕਟ ਇਹ ਹੈ ਕਿ ਇਸ ਨੇ ਟੋਟਲ ਜਿਹੜੀ ਸਾਡੀ ਫਸਲੀ ਵਿਭਿੰਨਤਾ ਸੀ ਉਹਨੂੰ ਕੱਲਾ ਮੋਨੋ ਜਿਹੜਾ ਇੱਕ ਸਾਈਕਲ ਹੈ ਉਸ ਤੇ ਕਣਕ ਝੋਨੇ ਦੇ ਚੱਕਰ 'ਚ ਫਸਾ ਕੇ ਰੱਖਤਾ। ਸੈਂਟਰਲ ਵਾਟਰ ਬੋਰਡ ਦੀ ਰਿਪੋਰਟ ਹੈ ਕਿ ਪੰਜਾਬ 2037 ਤੱਕ ਲਗਭਗ ਜ਼ਮੀਨ ਦੇ ਹੇਠਲੇ ਪਾਣੀ ਤੋਂ ਖਾਲੀ ਹੋਣ ਜਾ। ਇਹਦੇ ਸਾਰੇ ਲਈ ਮੈਂ ਗੱਲ ਅੱਗੇ ਵਧਾਊਂਗਾ। ਦੋਸ਼ੀ ਸਰਕਾਰ ਵਾਲੇ ਇਸ਼ਾਰਾ ਕਰਦੇ ਨੇ, ਪਰਾਲੀ ਜਿਹੜੀ ਸੈਕਟਰੀਏਟ ਤੋਂ ਸਰਕਾਰ ਸਾੜਨ ਆਉਂਦੀ ਹੈ, ਕਿਸਾਨ ਹੀ ਸਾੜਦੇ। ਇੱਥੇ ਟਿੱਬਿਆਂ 'ਚ ਕੁਝ ਹੋਰ ਫਸਲਾਂ ਹੁੰਦੀਆਂ ਕੁਦਰਤੀ ਤੌਰ ਤੇ, ਕਿਤੇ ਮਿਰਚਾਂ ਦੀ ਖੇਤੀ ਹੁੰਦੀ ਸੀ, ਕਿਤੇ ਕੁਛ ਹੁੰਦਾ ਸੀ, ਉੱਥੇ ਵੀ ਝੋਨਾ ਚਾੜਿਆ। ਬੜੇ ਚਿਰ ਤੋਂ ਕੈਪਟਨ ਸਾਹਿਬ, ਬਾਦਲ ਸਾਹਿਬ, ਹੁਣ ਭਗਵੰਤ ਮਾਨ ਜੀ ਫਸਲੀ ਵਿਭਿੰਨਤਾ ਦੀ ਗੱਲ ਕਰਦੇ ਤੇ ਆ ਰਹੇ ਨੇ। ਫਸਲੀ ਵਿਭਿੰਨਤਾ ਉਨੀ ਦੇਰ ਤੱਕ ਕਾਗਜ਼ੀ ਹੈ ਜਿੰਨੀ ਦੇਰ ਤੱਕ ਕਿਸਾਨ ਨੂੰ ਜੋ ਆਮਦਨ ਅੱਜ ਉਹ ਲੈ ਰਿਹਾ ਫਸਲ ਚੋਂ ਉਨੀ ਆਮਦਨ ਸਿਕਿਉਰ ਨਹੀਂ ਕਰਦੇ। ਲੱਗਦਾ ਨਹੀਂ ਵੀ ਉਹ ਤੁਸੀਂ ਉਹ ਕਿਸਾਨੀ ਅੰਦੋਲਨ ਜਿਹੜਾ ਹਿਸਟੋਰੀਕਲ ਸੀ ਉਹਦੇ ਤੇ ਵੀ ਦਾਗ ਲਾਤੇ ਤੇ ਅੱਜ ਲੋਕ ਆਮ ਬੰਦੇ ਵੀ ਕਹਿੰਦੇ ਨੇ ਯਾਰ ਇਹ ਤਾਂ ਧਰਨੇ ਵਾਲੇ ਨੇ। ਇੱਥੋਂ ਤੱਕ ਵੀ ਗੱਲ ਆ ਗਈ ਵੀ ਹੁਣ ਤੇ ਧਰਨੇ ਵੱਡਿਆਂ ਲੋਕਾਂ ਨੂੰ ਬਲੈਕਮੇਲ ਕਰਨ ਨੂੰ ਵੀ ਲੱਗਦੇ। ਦਿੱਲੀ ਮੋਰਚਾ ਇੱਕ ਯੂਨੀਵਰਸਿਟੀ ਸੀ, ਉਸ ਯੂਨੀਵਰਸਿਟੀ ਨੇ ਇੱਕ ਸੋਝੀ ਤਾਂ ਦਿੱਤੀ ਹੈ। ਸੋਝੀ ਤਾਂ ਤੁਸੀਂ ਪੰਜਾਬ 'ਚ ਆ ਕੇ 1.5 ਮਹੀਨੇ 'ਚ ਉਡਾ ਦਿੱਤੀ, ਹੁਣ ਸੋਝੀ ਕਿੱਥੇ ਰਹਿ ਗਈ? ਵੀ ਇਹ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੈ। ਕਿਸਾਨ ਯੂਨੀਅਨਾਂ ਦੀ ਇੱਕੋ ਜ਼ਿੰਮੇਵਾਰੀ ਹੈ। ਆਮ ਅੱਜ ਕੱਲ੍ਹ ਬੜਾ ਚੱਲ ਪਿਆ, ਤੁਹਾਡੇ ਧਰਨੇ ਬੜੇ ਮਸ਼ਹੂਰ ਆ ਵੀ ਤੁਸੀਂ ਧਰਨੇ ਲਾਉਣੇ ਤੇ ਨਾਅਰੇ ਲਾਉਣੇ ਬਸ। ਸ਼ੀਸ਼ਾ ਬੋਲਦਾ ਸੱਚ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਪਰ ਖੇਤੀ ਤੇ ਭਾਰੀ ਸੰਕਟ 'ਚ ਹੈ। ਖੇਤੀ ਕਰਨ ਵਾਲੇ ਕਰਜ਼ਾਈ ਨੇ ਤੇ ਖੇਤੀ ਕਰਨ ਵਾਲੇ ਖੁਦਕਸ਼ੀਆਂ ਵੀ ਕਰ ਰਹੇ ਆ। ਔਰ ਇਹ ਸਾਰੇ ਦੌਰਾਨ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪੰਜਾਬ ਦੀ ਖੇਤੀ ਨੀਤੀ ਬਣਾਉਣ ਦਾ ਐਲਾਨ ਕੀਤਾ। ਉਹ ਚੰਗੀ ਗੱਲ ਇਹ ਵੀ ਕੀਤੀ ਹੈ ਵੀ ਉਹਦੇ 'ਤੇ ਖੇਤੀ ਮਾਹਰਾਂ ਤੇ ਕਿਸਾਨ ਯੂਨੀਅਨਾਂ ਦੇ ਲੀਡਰਾਂ ਦੇ ਸੁਝਾਅ ਵੀ ਮੰਗੇ ਨੇ। ਉਸੇ ਤਹਿਤ ਹੀ ਅੱਜ ਅਸੀਂ ਗੱਲ ਕਰਾਂਗੇ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰੈਸ ਸਕੱਤਰ ਨੇ ਰਮਿੰਦਰ ਪਟਿਆਲਾ ਜੀ ਸਾਡੇ ਸਟੂਡੀਓ ਆਏ ਨੇ। ਰਮਿੰਦਰ ਜੀ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਮਿਹਰਬਾਨੀ ਤਰਲੋਚਨ ਜੀ, ਤੁਸੀਂ ਮੌਕਾ ਦਿੱਤਾ ਹੈ ਆਪਣੀ ਗੱਲ ਰੱਖਣ ਲਈ। ਰਮਿੰਦਰ ਜੀ, ਤੁਸੀਂ ਤੁਹਾਡੀ ਕਿਸਾਨ ਯੂਨੀਅਨ ਨੇ ਬਹੁਤ ਲੰਬਾ ਚੌੜਾ ਇੱਕ ਡਿਟੇਲਡ ਸੁਝਾਅ ਦਿੱਤਾ ਪੰਜਾਬ ਸਰਕਾਰ ਨੂੰ, ਬਹੁਤ ਚੰਗਾ ਲੱਗਾ। ਮੈਂ ਇਹਨੂੰ ਪੂਰਾ ਤਾਂ ਨਹੀਂ ਪੜ੍ਹ ਸਕਿਆ ਨਿੱਘ ਕੇ, ਪਰ ਜਿੰਨਾ ਕੁ ਪੜ੍ਹਿਆ ਮੈਨੂੰ ਲੱਗਦਾ ਵੀ ਬੜੀ ਮਿਹਨਤ ਤੁਸੀਂ ਕੀਤੀ ਹੈ। ਉਹਦੇ 'ਚ ਜਿਹੜਾ ਸਭ ਤੋਂ ਪਹਿਲਾਂ ਖਤਰਨਾਕ ਸ਼ਬਦ ਮੈਂ ਪੜ੍ਹੇ ਨੇ ਉਹ ਇਹ ਵੀ ਹਰਾ ਇੰਕਲਾਬ ਹੀ ਤੁਹਾਡੇ ਮੁਤਾਬਕ ਖੇਤੀ ਦਾ ਸੰਕਟ ਬਣ ਗਿਆ। ਦੇਖੋ ਇਸ ਨੂੰ ਨਾਮ ਜ਼ਰੂਰ ਹਰੇ ਇਨਕਲਾਬ ਦਾ ਦਿੱਤਾ ਗਿਆ, ਬੇਸਿਕਲੀ ਇਹ ਹਰਾ ਘਰੇਲੂ ਘਰ ਹੀ ਸਾਬਤ ਹੋਇਆ। ਹਰਾ ਘਰੇਲੂ ਘਰ ਸਾਬਤ ਹੋਇਆ। ਇਸ ਨੇ ਕਰਜ਼ਾ ਇਹਨੇ ਦਿੱਤਾ, ਪਾਣੀ ਸਾਡਾ ਇਹ ਖਾ ਗਿਆ, ਖੁਦਕੁਸ਼ੀਆਂ ਦੀ ਫਸਲ ਇਹਨੇ ਉਗਾਉਣੀ ਸ਼ੁਰੂ ਕਰ ਦਿੱਤੀ, ਸਾਡੀ ਫਸਲੀ ਵਿਭਿੰਨਤਾ ਇਹ ਖਾ ਗਿਆ। ਔਰ ਸਾਡੇ ਸਮਾਜ 'ਚ ਵਿਭਿੰਨ ਕਿਸਮ ਦੀਆਂ ਜਿਹੜੀਆਂ ਬਿਮਾਰੀਆਂ, ਜਿਹੜਾ ਜ਼ਮੀਨ ਦੇ ਬਿਮਾਰ ਹੋਣ ਨਾਲ, ਪਾਣੀ ਦੇ ਦੂਸ਼ਿਤ ਹੋਣ ਨਾਲ, ਵਾਤਾਵਰਨ ਦੇ ਦੂਸ਼ਿਤ ਹੋਣ ਨਾਲ ਵਿਭਿੰਨ ਕਿਸਮ ਦੀਆਂ ਬਿਮਾਰੀਆਂ ਆ ਗਈਆਂ। ਪਰ ਇਹਦੇ ਨਾਲ ਇਹ ਨਹੀਂ ਲੱਗਦਾ ਵੀ ਹਰਾ ਇੰਕਲਾਬ ਜਿਹੜਾ ਬੰਬੀਆਂ ਦੇ ਜਿਹੜੇ ਕੋਠੇ ਕੱਚੇ ਹੁੰਦੇ ਉਹਨਾਂ ਦੀ ਥਾਂ ਤੇ ਵੱਡੀਆਂ ਵੱਡੀਆਂ ਕੋਠੀਆਂ ਬਣਾਤੀਆਂ, ਟਰੈਕਟਰਾਂ ਦੀ ਥਾਂ ਤੇ ਫੋਰਚੂਨਰ ਆ ਗਏ, ਵਿਆਹ ਜਿਹੜੇ ਗਲੀ ਮੁਹੱਲਿਆਂ 'ਚ ਹੁੰਦੇ ਸੀ, ਧਰਮਸ਼ਾਲਾਵਾਂ 'ਚ ਹੁੰਦੇ ਸੀ, ਉਹ ਵੱਡੇ ਵੱਡੇ ਪੈਲਸਾਂ 'ਚ ਹੋਣ ਲੱਗ ਪਏ। ਤੇ ਖਾਸ ਕਰਕੇ ਕਿਸਾਨਾਂ ਦੇ ਪੁੱਤ ਜਿਹੜੇ ਨੇ ਵੱਡੇ ਗਾਇਕ ਬਣ ਗਏ। ਕਿਸਾਨਾਂ ਦੇ ਪੁੱਤ ਤੇ ਧੀਆਂ ਜਿਹੜੀਆਂ ਨੇ ਕੈਨੇਡਾ ਅਮਰੀਕਾ ਚਲ ਗਈਆਂ। ਇਹ ਹਰੇ ਇੰਕਲਾਬ ਦਾ ਕਮਾਲ ਨਹੀਂ ਗਾ?
देखो इन्हें वक्ती तौर पर एक दौर च हुलारा दिता हो सकता, पैदावार भी ਵਧਾਈ, वक्ती तौर पर हुलारा दिता, क्योंकि हरे इनकलाब का मॉडल टिके ही इस गल ते कि प्रति एकड़ झाड़ किवें वध करना हैगा, इस गल ते है। पर ओवरऑल जे देखना होवे ये भी फैक्ट है, दूरअंदेशी नहीं सी। फैक्ट ये है कि इसने टोटल जिहड़ी साडी फसली विभिन्नता सी उहनूं कल्ला मोनो ਜਿਹੜਾ एक साइकिल है उस ते कणक झोने के चक्कर च फसा के रखता। असी अपनी सारी जिहड़ी डाइवर्सीफिकेशन है, लगभग फसली विभिन्नता साडे कोले वख-वख किस्म दीआं दालां हुंदियां सी, सब्जियां हुंदियां सी, मक्की हुंदी सी, नरमा हुंदा सी, कपाह हुंदी सी, गन्ना हुंदा सी, मूंगफली हुंदी सी, लगभग असी वो सारा तबाह करके कणक झोना कर लिया है। जदों कणक झोना ही तुहानूं ਵੱਧ ਆਮਦਨ ਦਿੰਦਾ ਸੀ ਤੇ ਫਿਰ ਤੁਸੀਂ ਉਹੀ ਕਰਨਾ ਸੀ। देखो MSP ਉਦੋਂ ਹੀ ਆਈ ਹੈ, ਇਹ ਬੇਸਿਕਲੀ ਲੋੜ ਤਾਂ ਵੱਡੀਆਂ ਕਾਰਪੋਰੇਟ ਕੰਪਨੀਆਂ ਦੀ ਸੀ। ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜੀ ਬਰੂਦ ਬਣਾਉਣ ਵਾਲੀ ਸਨਅਤ ਸੀ ਜਿਹੜੀ ਉਹ ਵਿਹਲੀ ਹੋਈ ਹੈ, ਉਹ ਵਿਹਲੀ ਹੋਈ ਤਾਂ ਉਸ ਨੂੰ ਕਿਤੇ ਖਪਾਉਣਾ ਸੀ, तो अमेरिका वर्गे मुल्कां ने उसनूं रसायनिक खादां दी इंडस्ट्री च खपाया और उहदे चों ग्रीन रेवोल्यूशन दा एक मॉडल सामने लिया के इस राही वध पैदावार लित्ती जा सकदी है, उस नूं पूरी दुनिया ते लागू कीता है। साडी अपनी लोड़ नहीं सी, साडीਆਂ स्थानक लोड़ां ते डिपेंडेंट नहीं सी। इकल्ले पंजाब दी गल करदे कि सारे सूबे दी खेती दी गल करदे? बहुत सारियां थावां ते मॉडल उन्होंने पूरी दुनिया च लागू कीता, जिथे झोना जां चावल दी खेती वध हो सकदी सी उत्थे उन्होंने वो लागू कीता। साडा भी सूबा उन्हां चों एक सी, क्योंकि ये मॉडल टिकिया वध रसायनां दी वरतों ते वध पानी दी वरतों ते। पंजाब दा किसान मालकी जमीन सी, क्योंकि बंदा बहादुर और लाल पार्टी दीयां लहरां करके किस्म नाल जमीन दी वंड होई हुई सी। पंजाब दा किसान उद्यमी भी है, मेहनत लाउंदा, हर चीज़ नूं अडॉप्ट करन दी कोशिश करदा, अगांह वधन दी कोशिश करदा। ये जिहड़ा उद्यम है और पानी दी बहुतांत सी, 5 दरियावां दी धरती सी, पानी मिठा सी, उप्पर सी, पानी दी बहुतांत है, उपजाऊ जमीन सी, ये सारियां चीज़ां एक फैक्टर सी जिस करके इत्थों इस किसान बड़ा मेहनती सी। बिना शक जो उद्यमी है तो मेहनत उहदे विच ही है, रिस्क लै सकदा हो। पंजाब दे जम्मिਆਂ ਨੂੰ नित मुहिम है, साडे तां खून च ਇਹ ਚੀਜ਼ ਰਚੀ ਹੋਈ ਹੈ ਕਿ ਅਸੀਂ ਹਰ ਗੱਲ ਲਈ ਮਿਹਨਤ ਲਾਉਣ ਨੂੰ ਤਿਆਰ ਆ, ਮਿਹਨਤ ਕਰਨ ਤੋਂ ਨਹੀਂ ਡਰਦੇ। ਅੰਦਰ ਜੀ ਕਿਤੇ ਇੰਜ ਨਹੀਂ ਲੱਗਦਾ ਕਿਸਾਨੀ ਜਿਹੜਾ ਰਿਸਕ ਲੈਣ 'ਚ ਬੜੀ ਹਿੰਮਤ ਹੈ, ਉਹ ਰਿਸਕ ਜਿਹੜਾ ਇੰਨਾ ਜ਼ਿਆਦਾ ਲੈ ਲਿਆ ਵੀ ਜ਼ਮੀਨਾਂ ਜਿਹੜੀਆਂ ਜ਼ਹਿਰੀਲੀਆਂ ਹੋ ਗਈਆਂ? ਦੇਖੋ ਗਵਰਨਮੈਂਟ ਨੇ ਸਾਡੇ ਸਾਹਮਣੇ ਪਾਲਿਸੀ, ਪਾਣੀ ਹੇਠੋਂ ਖਾਲੀ ਹੋ ਗਿਆ। ਮੈਂ ਕਿਹਾ ਗਵਰਨਮੈਂਟ ਨੇ ਪਾਲਿਸੀ ਦਿੱਤੀ ਜੀ, ਕਿਸਾਨ ਗਵਰਨਮੈਂਟ ਇੱਕ ਕ੍ਰੈਡੀਬਲ ਚੀਜ਼ ਹੁੰਦੀ ਹੈ, ਉਸ ਨੇ ਇੱਕ ਪਾਲਿਸੀ ਦਿੱਤੀ ਔਰ ਇਹ ਪ੍ਰਚਾਰੀ। MSP ਵੀ ਉਦੋਂ ਹੀ ਆਈ ਹੈ, ਮੰਡੀਕਰਨ ਦਾ ਸਿਸਟਮ ਵੀ ਉਦੋਂ ਡਿਵੈਲਪ ਕੀਤਾ ਔਰ ਉਸ ਪ੍ਰਚਾਰੇ ਹੋਏ ਸਿਸਟਮ 'ਚ ਕਿਸਾਨ ਉਸ ਪਾਸੇ ਵਧਿਆ। ਵਕਤੀ ਹੁਲਾਰਾ ਸੀ ਪਰ ਜਿਹੜਾ ਟੋਟਲ ਕੀਮਤ ਕੰਡਾ ਸੀ, ਕਿਉਂਕਿ ਜੇ ਰਸਾਇਣ ਜਿਹੜੀਆਂ ਲਾਗਤ ਦੀਆਂ ਵਸਤਾਂ ਨੇ, ਇਨਪੁਟਸ ਜਿਹੜੀ ਕੋਸਟ ਹੈ, ਚਾਹੇ ਉਹ ਮਸ਼ੀਨ ਹੈ ਤੇ ਚਾਹੇ ਰਸਾਇਣਕ ਖਾਦਾਂ ਨੇ, ਚਾਹੇ ਬੀਜ ਹੈ, ਇਸ 'ਚ ਲਗਾਤਾਰ ਜਿਸ ਤਰ੍ਹਾਂ ਕੀਮਤਾਂ ਵਧੀਆਂ ਉਸ 'ਚ ਕਾਰਪੋਰੇਟ ਨੇ ਤਾਂ ਮੁਨਾਫਿਆਂ ਦੇ ਢੇਰ ਕਮਾਏ ਨੇ। ਸਾਡੀ ਜਿਹੜੀ ਖਣਕ ਜਾਂ पैदावार है जिहड़ी साडी, जिहड़ी कोई किसान जिहड़ी पैदावार फसल पैदा करदा ਉਹਦੀ ਕੀਮਤ ਉਹਨੂੰ ਉਸ ਤਰ੍ਹਾਂ ਮਿਲੀ ਨਹੀਂ। ਇਹ ਜਿਹੜਾ ਤਰਾਜੂ ਜਿਹੜਾ ਇੱਕ ਪਾਸੇ ਨੂੰ ਸਨਅਤ ਵਾਲੇ ਪਾਸੇ ਨੂੰ ਝੁਕਿਆ ਹੋਇਆ, ਇਸ ਨੇ ਖੇਤੀ ਨੂੰ ਘਾਟੇਬੰਦ ਦਾ ਧੰਦਾ ਬਣਾਇਆ ਔਰ ਕਰਜ਼ਾ ਖੱਟ ਲਿਆ। ਅੱਜ ਇਹ ਕਰਜ਼ਾ ਵੀ ਹਕੀਕਤ ਹੈ ਔਰ ਖੁਦਕੁਸ਼ੀ ਪੰਜਾਬ ਦੀ ਹਕੀਕਤ ਹੈ। ਡਾਕਟਰ ਸੁਖਪਾਲ ਜਿਹੜੇ ਅੱਜ ਫਾਰਮਰ ਕਮਿਸ਼ਨ ਦੇ ਜਿਹੜੇ ਪਾਲਿਸੀ ਬਣਾਉਣ 'ਚ ਇੱਕ ਥਿੰਕ ਟੈਂਕ 'ਚ ਇੱਕ ਮਹੱਤਵਪੂਰਨ, ਮੈਂ ਸਮਝਦਾ ਕੁੰਜੀ ਇੱਟ ਨੇ ਉਹ ਪੰਜਾਬ ਗਵਰਨਮੈਂਟ ਦੀ ਜਿਹੜੀ ਐਗਰੀਕਲਚਰ ਪਾਲਿਸੀ ਦੇ ਉੱਪਰ ਕੰਮ ਹੋ ਰਿਹਾ। ਉਹੀ ਐਗਰੀਕਲਚਰ ਯੂਨੀਵਰਸਿਟੀ 'ਚ ਰਹਿੰਦੇ ਆ ਖੁਦਕੁਸ਼ੀਆਂ ਦੇ ਔਰ ਕਰਜ਼ੇ ਦੇ ਸਵਾਲ ਤੇ ਸਰਵੇ ਟੀਮਾਂ ਦਾ ਹਿੱਸਾ ਸੀ। ਫੈਕਟ ਹੈ ਇਹ ਇਸ ਤਰ੍ਹਾਂ ਨਹੀਂ ਵੀ ਹਕੀਕਤਾਂ ਜਾਣਦੇ ਨੇ। ਇਸ ਕਰਕੇ ਛੋਟੀ ਤੇ ਦਰਮਿਆਨੀ ਕਿਸਾਨੀ ਦਾ ਬਹੁਤ ਭੈੜਾ ਹਾਲ ਹੈ। ਖੁਦਕੁਸ਼ੀ ਵੱਧ ਵੀ ਛੋਟੀ ਕਿਸਾਨੀ 'ਚ। ਜੇ ਤੁਸੀਂ ਸਾਰੇ ਪੁਰਾਣੀ ਸਟੱਡੀਜ਼ ਨੂੰ ਚੱਕ ਕੇ ਦੇਖ ਲਓ, ਅੰਕੜੇ ਚੱਕ ਕੇ ਦੇਖ ਲਓ, ਲਾਰਜਲੀ 10 ਏਕੜ ਤੋਂ ਘੱਟ ਵਾਲੀ ਕਿਸਾਨੀ ਖੁਦਕੁਸ਼ੀਆਂ ਦੀ ਫਸਲਾਂ ਉੱਥੇ ਉਗ ਰਹੀਆਂ। ਤੁਸੀਂ ਆਪਣੀ ਜਿਹੜੇ ਸੁਝਾਅ ਦਿੱਤੇ ਨੇ ਉਹਦੇ 'ਚ ਇਹ ਵੀ ਗੱਲ ਕਹਿ ਦਿੱਤੀ ਵੀ ਖੇਤੀ ਮਸ਼ੀਨਰੀ ਜਿਹੜੀ ਹੈ ਤੁਹਾਡੇ ਮੁਤਾਬਕ ਉਹ ਵੀ ਸ਼ਰਾਬ ਬਣ ਗਈ, ਵੀ ਮਜ਼ਦੂਰਾਂ ਨੂੰ ਵਿਹਲੇ ਕਰਤਾ, ਬੇਰੁਜ਼ਗਾਰ ਕਰਤਾ। ਇਹ ਜਿੱਦਣ ਅਸੀਂ ਪੂਰੇ ਆਪਣੇ ਸੁਝਾਅ ਰੱਖਣ ਵੀ ਆਏ ਸੀ ਤਾਂ ਐਗਰੀਕਲਚਰ ਯੂਨੀਵਰਸਿਟੀ ਦੀ ਸਾਰੀ ਟੌਪ ਜਿਹੜੀ ਲੀਡਰਸ਼ਿਪ ਬੈਠੀ ਸੀ, ਜਿਹੜੀ ਸਾਰੀ ਲੀਡਰਸ਼ਿਪ, ਅਸੀਂ ਉਹਨਾਂ ਨੂੰ ਕਿਹਾ ਕਿ ਜਿਹੜਾ ਟੋਟਲ ਤੁਹਾਡੀ ਓਰੀਐਂਟੇਸ਼ਨ ਹੈ ਉਹ ਲੇਬਰ ਕਰਨੀ ਨੂੰ ਪਿੱਠ ਕਰਕੇ ਖੜੀ ਹੈ। ਨਹੀਂ, ਮੇਰਾ ਭਾਵ ਉਹ ਸੁਣਦੇ ਨੇ। ਮੈਨੂੰ ਪਹਿਲਾਂ ਵੀ ਇੱਥੇ ਸਾਥੀ ਆਏ ਸੀ ਤਰਜਿੰਦਰ ਸਿੰਘ ਜੀਨੀਅਰ, ਉਹ ਕਹਿੰਦੇ ਡਾਕਟਰ ਸੁਖਪਾਲ ਸਿੰਘ ਬੜੇ ਸਹਿਜ ਨਾਲ ਪੂਰੀ ਤਰ੍ਹਾਂ ਨੀਝ ਨਾਲ ਸੁਣਦੇ ਨੇ ਸਾਰਾ ਕੁਝ। ਪਰ ਅਸੀਂ ਇਹ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰਤੀ ਸਾਡਾ ਵਿਊ ਇਹ ਨਹੀਂ ਹੈ।
ਉਹ ਇੱਕ ਕਿਸਮ ਨਾਲ ਜਿਹੜਾ ਗਵਰਨਮੈਂਟ ਦੀ ਲਾਈਨ ਨੂੰ ਟੋ ਕਰਦੇ ਨੇ। ਜੇ ਅਸੀਂ ਇੱਕ ਨਵੀਂ ਪਾਲਿਸੀ ਬਣਾ ਰਹੇ ਹਾਂ ਤਾਂ ਓਪਨ ਮਾਈਂਡ ਨਾਲ, ਖੁੱਲੇ ਰੂਪ ਚ, ਖੁੱਲੇ ਮਨ ਨਾਲ ਬੈਠੀਏ ਕਿ ਕੀ ਸਾਨੂੰ ਕੀ ਚਾਹੀਦਾ, ਗਵਰਨਮੈਂਟ ਕੀ ਚਾਹੀਦੀ ਹੈ। ਹੁਣ ਐਗਰੀਕਲਚਰ ਯੂਨੀਵਰਸਿਟੀ ਇਹ ਸਵਾਲ ਵੀ ਉਠਾਇਆ, ਆਪਣੇ ਸੰਧਵਾ ਸਾਹਿਬ ਜਿਹੜੇ ਸਪੀਕਰ ਨੇ ਵਿਧਾਨ ਸਭਾ ਦੇ, ਉਹਨਾਂ ਨੇ ਇੱਕ ਮੀਟਿੰਗ ਸੱਦੀ ਸੀ। ਹਾਲੇ ਪੰਜਾਬ ਗਵਰਨਮੈਂਟ ਨੇ ਕੋਈ ਪੋਲੀਟੀਕਲ ਜਾਂ ਕਿਸੇ ਪਾਲਿਸੀ ਦੇ ਸਵਾਲ ਤੇ ਕੋਈ ਡਿਸੀਜਨ ਨਹੀਂ ਕੀਤਾ ਕਿ ਜੀਐਮ ਸਰੋਂ ਦਾ ਅਸੀਂ ਬੀਜ ਬਜਾਉਣਾ ਜਾਂ ਨਹੀਂ ਬਜਾਉਣਾ। ਐਗਰੀਕਲਚਰ ਯੂਨੀਵਰਸਿਟੀ ਨੇ ਸੈਂਪਲ ਸਰਵੇ ਵੀ ਸ਼ੁਰੂ ਕੀਤਾ, ਉਹਨਾਂ ਨੇ ਬਜਾ ਲਿਆ। ਠੀਕ ਹੈ, ਸਾਡਾ ਉਦੋਂ ਵੀ ਕੁਐਸਚਨ ਸੀ ਵੀ ਡਿਸਾਈਡ ਪੰਜਾਬ ਗਵਰਨਮੈਂਟ ਨੇ ਕਰਨੀ ਹੈ, ਇਹ ਖੇਤੀ ਹੈ ਜਿਹੜੀ ਸਟੇਟਸ ਲਿਸਟ ਦੇ ਵਿੱਚ ਹੈ, ਡਿਸਾਈਡ ਪੰਜਾਬ ਗਵਰਨਮੈਂਟ ਨੇ ਕਰਨਾ ਜਾਂ ਸੈਂਟਰ ਜੋ ਡਿਸਾਈਡ ਕਰਦਾ ਐਗਰੀਕਲਚਰ ਯੂਨੀਵਰਸਿਟੀ ਇੰਪਲੀਮੈਂਟ ਕਰੇਗੀ। ਉਹਨਾਂ ਦਾ ਰਿਸਰਚ ਦੇ ਮਾਮਲੇ ਤੇ ਜਿਵੇਂ ਸਾਡਾ ਇਹਦੇ ਚ ਵੀ ਹੈ ਕਿ ਜੇ ਖੇਤੀ ਡਾਈਵਰਸੀਫਿਕੇਸ਼ਨ ਲਿਆਉਣੀ ਹੈ ਤਾਂ ਕਲਾਈਮੇਟ ਜਿਹੜੇ ਜ਼ੋਨ ਨੇ, ਜਿਹੜਾ ਵਾਤਾਵਰਨ ਦੇ ਹਿਸਾਬ ਨਾਲ ਜਿਹੜੇ ਖਿੱਤੇ ਨੇ ਸਾਡੇ, ਜਿੱਥੇ ਕੁਦਰਤੀ ਤੌਰ ਤੇ ਜਿਹੜੀਆਂ ਫਸਲਾਂ ਲਈ ਢੁਕਵੇਂ ਵਾਤਾਵਰਨ ਹੈ, ਉਸ ਮੁਤਾਬਕ ਐਗਰੋ ਕਲਾਈਮੇਟ ਅਸੀਂ ਉਧਰ ਜਾਂਦੇ ਹਾਂ। ਮੈਂ ਇੱਕੋ ਹੀ ਪੁਆਇੰਟ ਕਹਿਣਾ ਚਾਹੁੰਦਾ, ਇਸ ਲਈ ਖੋਜ ਦਾ ਵਿਕੇਂਦਰੀਕਰਨ ਹੋਣਾ ਜ਼ਰੂਰੀ ਹੈ। ਖੋਜ ਲੋਕਾਂ ਨਾਲ ਸਿੱਧੀ ਜੁੜੀ ਵੀ ਹੋਵੇ, ਉਹ ਲੈਣ ਉਹ ਇਨਪੁਟਸ, ਪਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹਨਾਂ ਦਾ ਲੇਬਰ ਦੇ ਕੰਨੀ ਵੀ ਪਿੱਠ ਹੈ ਔਰ ਉਹਨਾਂ ਨੂੰ ਇਹ ਵੀ ਲੱਗਦਾ ਕਿ ਸਾਨੂੰ ਲੈਣ ਦੇ ਅਸੀਂ ਸਾਰਾ ਕੁਝ ਹੀ ਜਾਣਦੇ ਹਾਂ। ਚਲੋ ਤੁਸੀਂ ਤਾਂ ਪਹਿਲਾਂ ਨਿਰਾਸ਼ ਹੋ ਗਏ। ਇੱਕ ਆਪਾਂ ਜਾਣਦੇ ਸੁਝਾਅ ਕੇ ਦਿੱਤੇ, ਇੱਕ ਤੁਸੀਂ ਧਰਤੀ ਹੇਠਲੇ ਪਾਣੀ ਬਾਰੇ ਬਹੁਤ ਖਤਰਨਾਕ ਜਿਹੜੇ ਕੁਛ ਅੰਸ਼ ਦੱਸੇ ਨੇ। ਇਹ ਤਾਂ ਫੈਕਟ ਹੈ ਜੀ, ਇਹ ਤਾਂ ਜਿਹੜਾ ਗਰਾਊਂਡ ਵਾਟਰ ਈਅਰ ਬੁੱਕ ਹੈ ਉਹ ਹੈ ਡਿਪਾਰਟਮੈਂਟ ਆਫ ਐਗਰੀਕਲਚਰ ਫੈਮਿਲੀ ਵੈਲਫੇਅਰ ਪੰਜਾਬ ਦਾ, ਉਹਦੀ ਰਿਪੋਰਟ ਹੈ। ਸੈਂਟਰਲ ਵਾਟਰ ਬੋਰਡ ਦੀ ਰਿਪੋਰਟ ਹੈ ਕਿ ਪੰਜਾਬ 2037 ਤੱਕ ਲਗਭਗ ਜ਼ਮੀਨ ਦੇ ਹੇਠਲੇ ਪਾਣੀ ਤੋਂ ਖਾਲੀ ਹੋਣ ਜਾ ਰਿਹਾ। 15-17 ਸਾਲਾਂ ਦਾ ਪਾਣੀ ਹੈ ਸਾਡੇ, ਮਾਰੂਥਲ ਬਣ ਜਾਊ। ਬਿਨਾਂ ਸ਼ੱਕ ਅਸੀਂ ਉਸ ਪਾਸੇ ਨੂੰ ਵਧ ਰਹੇ ਹਾਂ। ਬਹੁਤ ਗੰਭੀਰਤਾ ਨਾਲ ਇਸ ਤੇ ਸੋਚਣ ਦੀ ਲੋੜ ਹੈ। ਇਸੇ ਕਰਕੇ ਅਸੀਂ ਇੱਕ ਮੁਹਿੰਮ ਵੀ ਲਾਮਬੰਦ ਕੀਤੀ ਹੈ, ਹਰ ਖੇਤ ਤੱਕ ਨਹਿਰੀ ਪਾਣੀ, ਹਰ ਘਰ ਤੱਕ ਪੀਣ ਵਾਲਾ ਸਾਫ਼ ਨਹਿਰੀ ਪਾਣੀ। ਇਹ ਪੰਜਾਬ ਨੂੰ ਆਉਣ ਵਾਲੇ ਸਮੇਂ 'ਚ ਪਿੰਡ ਘਰ ਇਹ ਆਵਾਜ਼ ਬੁਲੰਦ, ਹੇਠਲੇ ਪਾਣੀ ਨੂੰ ਬਚਾਉਣ ਲਈ ਇਸ ਪਾਸੇ ਜਾਣਾ ਪਊਗਾ। ਔਰ ਧਰਤੀ ਹੇਠਲੇ ਪਾਣੀ ਨੂੰ ਕਿਵੇਂ ਰੀਚਾਰਜ ਕੀਤਾ ਜਾਵੇ, ਅਸੀਂ ਮੀਂਹ ਦੇ ਪਾਣੀ ਨੂੰ ਕਿਵੇਂ ਸਾਂਭੀਏ, ਇਹਦੇ ਤੇ ਥੋਰੋ ਕੰਪਰੀਹੈਂਸਿਵ ਪਾਲਿਸੀ ਬਣਾਉਣੀ ਪਊਗੀ। ਇਸ ਪਾਸੇ ਧਿਆਨ ਦੇਣਾ ਪਊਗਾ। ਪਾਣੀ ਸੱਭਿਅਤਾਵਾਂ ਦਾ ਕੇਂਦਰ ਹੈ, ਦਰਿਆਵਾਂ ਕਿਨਾਰੇ ਸੱਭਿਅਤਾਵਾਂ ਬਣੀਆਂ। ਸਿੰਧੂ ਘਾਟੀ ਦੀ ਸੱਭਿਅਤਾ, ਜਿੰਨੀਆਂ ਪੁਰਾਣੀਆਂ ਸੱਭਿਅਤਾਵਾਂ ਨੇ ਦਰਿਆਵਾਂ ਕਿਨਾਰੇ ਵਧੀਆਂ ਫੁੱਲੀਆਂ ਨੇ। ਪਾਣੀ ਜੀਵਨ ਦਾ ਆਧਾਰ ਹੈ। ਪਾਣੀ ਬਿਨਾਂ ਖੇਤੀ ਨਹੀਂ, ਪਾਣੀ ਬਿਨਾਂ ਜੀਵਨ ਨਹੀਂ। ਤੇ ਜੇ ਇਹੀ ਮੁੱਕਣ ਦੇ ਕੰਢੇ ਪਹੁੰਚ ਗਿਆ, 5 ਦਰਿਆਵਾਂ ਦੀ ਧਰਤੀ ਦਾ ਪੰਜਾਬ ਨਾਮ ਪਿਆ ਸੀ, ਪੰਜਾਬ, ਉਹਦੇ 'ਚ ਜੇ ਪਾਣੀ ਮੁੱਕਦਾ ਤਾਂ ਅਸੀਂ ਬਹੁਤ ਖਤਰਨਾਕ ਸਥਿਤੀ ਵੱਲ ਜਾ ਰਹੇ ਹਾਂ। ਇਸ ਤੇ ਬਹੁਤ ਚੇਤਨ ਰੂਪ 'ਚ ਜੇ ਸੁਪਰੀਮ ਕੋਰਟ ਨੇ ਕਹਿ ਦਿੱਤਾ ਵੀ SVL ਦੀ ਖੁਦਾਈ ਪੱਕੀ ਕਰੋ ਤਾਂ ਫਿਰ ਕੀ ਕਰਾਂਗੇ, ਇਹਦੇ ਤੇ ਆਪਾਂ ਚਰਚਾ ਬਾਅਦ 'ਚ ਕਰਾਂਗੇ। ਹੁਣ ਆਪਾਂ ਆਵਾਂਗੇ ਜਿਹੜੇ ਤੁਸੀਂ ਸੁਝਾਅ ਦਿੱਤੇ ਆ, ਮੈਨੂੰ ਬਹੁਤ ਚੰਗੇ ਲੱਗੇ, ਖੂਬਸੂਰਤ ਲੱਗੇ। ਗੱਲ ਵੀ ਠੀਕ ਹੈ ਵੀ ਤੁਸੀਂ ਸੈਕਟਰੀਏਟ ਤੋਂ ਡੰਡਾ ਚਲਾ ਲਓ ਵੀ ਇਹ ਕਰੋ, ਕਿਵੇਂ ਸੰਭਵ ਹੈ। ਤੁਹਾਨੂੰ ਪੰਜਾਬ ਦੀ ਵੀ ਵੰਡ ਕਰਨੀ ਪਊਗੀ, ਜ਼ਿਲ੍ਹਿਆਂ ਦੀ ਵੀ ਵੰਡ ਕਰਨੀ ਪਊਗੀ ਵੀ ਕਿੱਥੇ ਕਿੱਦਾਂ ਦੀ ਜ਼ਮੀਨ ਹੈ, ਕਿੱਥੇ ਕਿੱਦਾਂ ਦਾ ਪਾਣੀ ਹੈ, ਕਿੱਥੇ ਕਿੱਦਾਂ ਦਾ ਵਾਤਾਵਰਨ ਹੈ। ਭਾਵੇਂ ਬਹੁਤਾ ਫਰਕ ਨਹੀਂ, ਫਿਰ ਵੀ ਫਰਕ ਹੈ। ਮਿੱਟੀ ਦਾ ਤਾਂ ਬਹੁਤ ਫਰਕ ਹੈ। ਤੁਸੀਂ ਕਿਹਾ ਵੀ ਜ਼ੋਨ ਵਾਈਜ਼ ਜਿਹੜੀ ਹੈ ਖੇਤੀ ਬਾਰੇ ਨੀਤੀ ਬਣਨੀ ਚਾਹੀਦੀ ਹੈ, ਉਹਦੇ ਬਾਰੇ ਥੋੜ੍ਹਾ ਦੇਖੋ। ਇਸ ਮਾਮਲੇ 'ਚ ਬਹੁਤ ਸਾਰੇ ਵਿਦਵਾਨ ਔਰ ਬਹੁਤ ਐਗਰੀਕਲਚਰ ਯੂਨੀਵਰਸਿਟੀ ਦੇ ਵਿਦਵਾਨਾਂ ਦੀ ਆਪਣੀ ਵੀ ਡਾਈਵਰਸੀਫਿਕੇਸ਼ਨ ਤੇ ਇੱਕ ਰਿਪੋਰਟ ਹੈ। ਉਹ ਰਿਪੋਰਟ ਵੀ ਇਹੀ ਗੱਲ ਤੇ ਕੇਂਦਰਿਤ ਹੈ ਕਿ ਐਗਰੋ ਕਲਾਈਮੇਟ ਜ਼ੋਨ ਮੁਤਾਬਕ ਪੰਜਾਬ 'ਚ ਖੇਤੀ ਨੂੰ ਓਰੀਐਂਟ ਕਰਨਾ ਚਾਹੀਦਾ, ਉਸ ਦਿਸ਼ਾ 'ਚ ਲੈ ਕੇ ਜਾਣਾ। ਹੁਣ ਕਿੰਨੀ ਕੁ % ਹੈ? ਹੁਣ ਤਾਂ ਕਣਕ ਝੋਨਾ ਜੀ, ਅਸੀਂ ਜਿੱਥੇ ਟਿੱਬਿਆਂ ਤੇ ਵੀ ਝੋਨਾ ਚਾੜਿਆ ਹੋਇਆ, ਜਿੱਥੇ ਟਿੱਬਿਆਂ 'ਚ ਕੁਝ ਹੋਰ ਫਸਲਾਂ ਹੁੰਦੀਆਂ ਸੀ ਕੁਦਰਤੀ ਤੌਰ ਤੇ, ਕਿਤੇ ਮਿਰਚਾਂ ਦੀ ਖੇਤੀ ਹੁੰਦੀ ਸੀ, ਕਿਤੇ ਕੁਛ ਹੁੰਦਾ ਸੀ, ਉੱਥੇ ਵੀ ਝੋਨਾ ਚਾੜਿਆ ਹੋਇਆ। ਤੁਸੀਂ ਇਹਦੇ ਸਾਰੇ ਲਈ ਮੈਂ ਗੱਲ ਅੱਗੇ ਵਧਾਊਂਗਾ, ਦੋਸ਼ੀ ਸਰਕਾਰ ਵੱਲ ਇਸ਼ਾਰਾ ਕਰਦੇ ਨੇ। ਪਰਾਲੀ ਜਿਹੜੀ ਸੈਕਟਰੀਏਟ ਤੋਂ ਸਰਕਾਰ ਸਾੜਨ ਆਉਂਦੀ ਹੈ, ਕਿਸਾਨ ਹੀ ਸਾੜਦੇ। ਦੇਖੋ, ਸਭ ਤੋਂ ਪਹਿਲਾਂ ਇਹ ਫਸਲੀ ਚੱਕਰ ਸਾਨੂੰ ਦਿੱਤਾ ਕਿੰਨੇ? ਇਹ ਕਾਰਪੋਰੇਟ ਦੀ ਲੋੜ ਸੀ। ਸਾਨੂੰ ਸਾਡੀਆਂ ਲੋੜਾਂ ਦੀ ਬਜਾਏ ਉਹ ਲੋੜ ਲਿਆ ਕੇ ਸਾਡੇ ਤੇ ਥੋਪ ਦਿੱਤੀ ਗਈ। ਕਿਸਾਨ ਨੇ ਤਾਂ ਅਡਾਪਟ ਕੀਤਾ ਜੋ ਗਵਰਨਮੈਂਟ ਨੇ ਪ੍ਰਚਾਰਿਆ। ਗਵਰਨਮੈਂਟ ਇੱਕ ਕ੍ਰੈਡੀਬਲ ਚੀਜ਼ ਹੁੰਦੀ ਹੈ, ਲੋਕ ਉਸ ਕੰਨੀ ਇਹ ਦੇਖਦੇ ਨੇ ਵੀ ਸਾਡੇ ਭਲੇ ਲਈ ਉਹ ਸੋਚ ਰਹੀ ਹੋਊਗੀ। ਲੋਕਾਂ ਨੇ ਬੀਜਿਆ ਉਹ, ਠੀਕ। ਅੱਜ ਸਾਨੂੰ ਉਹ ਸੰਕਟ 'ਚ ਲੈ ਨਹੀਂ ਰਹੀ। ਬੜੇ ਚਿਰ ਤੋਂ ਕੈਪਟਨ ਸਾਹਿਬ, ਬਾਦਲ ਸਾਹਿਬ, ਹੁਣ ਭਗਵੰਤ ਮਾਨ ਜੀ ਫਸਲੀ ਵਿਭਿੰਨਤਾ ਦੀ ਗੱਲ ਕਰਦੇ ਤੇ ਆ ਰਹੇ ਨੇ। ਫਸਲੀ ਵਿਭਿੰਨਤਾ ਉਨੀ ਦੇਰ ਤੱਕ ਕਾਗਜ਼ੀ ਹੈ ਜਿੰਨੀ ਦੇਰ ਤੱਕ ਕਿਸਾਨ ਨੂੰ ਜੋ ਆਮਦਨ ਅੱਜ ਉਹ ਲੈ ਰਿਹਾ ਫਸਲ 'ਚੋਂ, ਉਨੀ ਆਮਦਨ ਸਿਕਿਉਰ ਨਹੀਂ ਕਰਦੇ। ਘੱਟੋ ਘੱਟ ਉਨੀ ਤਾਂ ਦੇਣ ਜਾਂ ਉਸ ਤੋਂ ਵਧਾ ਕੇ ਦੇਣ। ਜਿੰਨੀ ਦੇਰ ਤੱਕ ਇਹ ਨਹੀਂ ਹੋਏਗਾ, ਫਸਲੀ ਵਿਭਿੰਨਤਾ ਕਾਗਜ਼ੀ ਰਹੇਗੀ। ਕਰਜ਼ਾ ਆ, ਬੈਂਕਾਂ ਦੀਆਂ ਕਿਸ਼ਤਾਂ ਚੁਕਾਉਣੀਆਂ, ਹੋਰ ਚੁਕਾਉਣੀਆਂ, ਉਹਨੇ ਆਪਣਾ ਜੀਵਨ ਨਿਰਵਾਹ ਕਰਨਾ।
ਉਹ ਉਦੋਂ ਹੀ ਦੂਜੇ ਪਾਸੇ ਜਾਊਗਾ। ਇਹੀ ਗੱਲ ਅਸੀਂ ਭਗਵੰਤ ਮਾਨ ਸਰਕਾਰ ਨੂੰ ਵੀ ਕਹੀ ਸੀ ਜਦੋਂ ਮੂੰਗੀ ਪਿਛਲੇ ਸਾਲ ਬਜਾਈ ਹੈ ਕਿ ਜੇ MSP ਤੇ ਖਰੀਦ ਨਹੀਂ ਕਰੋਗੇ ਤਾਂ ਆਟੋਮੈਟਿਕਲੀ ਬੰਦਾ ਘਾਟਾ ਖਾ ਕੇ ਦੂਜੇ ਪਾਸੇ ਜਾਊਗਾ, ਫਿਰ ਝੋਨੇ ਵੱਲ ਨੂੰ ਜਾਊਗਾ। ਇਹੀ ਸਿੱਧੀ ਬਜਾਈ ਦੇ ਮਾਮਲੇ ਤੇ ਸੀ। ਇਹੀ ਇਸ ਕਰਕੇ ਜਿਹੜੀ ਡਾਈਵਰਸੀਫਿਕੇਸ਼ਨ ਉਨੀ ਦੇਰ ਤੱਕ ਸਿਰਫ ਤੇ ਸਿਰਫ ਖੋਖਲੀ ਹੈ ਜਿੰਨੀ ਦੇਰ ਤੱਕ ਬਾਕੀ ਫਸਲਾਂ ਦੀ MSP ਦੇ ਕੇ ਇਹ ਖਰੀਦ ਦੀ ਗਰੰਟੀ ਨਹੀਂ ਕਰਦੇ। ਇਹ ਕਰ ਲੈਣ, ਝਾੜ ਕਿਵੇਂ ਵਧੇ ਉਹਦੇ ਲਈ ਖੋਜ ਨੂੰ ਓਰੀਐਂਟ ਕਰਨ, ਕਿਸਾਨ ਨੂੰ ਦੇਣ MSP ਤੇ ਖਰੀਦ ਦੀ ਗਰੰਟੀ ਬਾਕੀ ਫਸਲਾਂ ਤੇ। CCL ਦਾ ਸੀ ਇਹਨਾਂ ਨੂੰ ਸੁਝਾਅ ਦਿੱਤਾ ਸੀ ਵੀ ਇਕੱਲਾ ਕਣਕ ਝੋਨਾ ਕਿਉਂ, ਸੈਂਟਰ ਕੋਲੇ ਕਹੋ ਕਿ ਅਸੀਂ ਦੂਜੀਆਂ ਫਸਲਾਂ ਲਈ ਵੀ ਵਰਤਾਂਗੇ ਇਸ ਨੂੰ। ਜੇ ਇਹ ਵਰਤਦੇ ਨੇ ਉਸ ਗੱਲ ਨੂੰ, ਔਰ ਜੇ ਨਹੀਂ ਸੈਂਟਰ ਦਿੰਦਾ ਤਾਂ ਆਪ ਕਰੇ। ਕੇਰਲਾ ਵੀ ਤਾਂ ਸਬਜ਼ੀਆਂ ਦੇ ਉੱਪਰ MSP ਦਿੰਦਾ ਆ। ਇਹ ਜੇ ਕਰਨ ਤਾਂ ਕਿਸਾਨ ਝੋਨਾ ਛੱਡ ਦੇਣਗੇ। ਅਸੀਂ ਇਹ ਬਿਲਕੁਲ ਕਹਿੰਦੇ ਹਾਂ ਕਿਸਾਨ ਝੋਨੇ ਤੋਂ ਨਿਕਲਣਾ ਚਾਹੁੰਦਾ ਆ। ਕਿਸਾਨ ਨੂੰ ਨਜ਼ਰ ਆਉਂਦਾ ਹੁਣ ਕਿ ਪਾਣੀ ਜਾ ਰਿਹਾ, ਕਿਸਾਨ ਨੂੰ ਨਜ਼ਰ ਆਉਂਦਾ, ਚਿੰਤਾ ਲੱਗਣ ਲੱਗ ਪਈ। ਚਿੰਤਾ ਆ। ਹੁਣ ਰਮਿੰਦਰ ਹੋਣੀ ਵੀ ਆਪਣੀ ਯੂਨੀਅਨ 'ਚ ਬੈਠ ਕੇ ਤੇ ਚਰਚਾ ਕਰਨ ਲੱਗ ਪਏ। ਇਹ 94 ਤੋਂ ਕਹਿ ਰਹੇ ਹਾਂ ਅਸੀਂ, 94 ਤੋਂ ਕਹਿ ਰਿਹਾ। ਪਰ ਜਿਹਨੂੰ ਕਹਿੰਦੇ ਨੇ ਵੀ ਸੋਝੀ ਹੌਲੀ ਹੌਲੀ ਆਉਂਦੀ ਹੈ। ਦਿੱਲੀ ਮੋਰਚਾ ਇੱਕ ਯੂਨੀਵਰਸਿਟੀ ਸੀ, ਉਸ ਯੂਨੀਵਰਸਿਟੀ ਨੇ ਇੱਕ ਸੋਝੀ ਤਾਂ ਦਿੱਤੀ ਹੈ। ਉਸ ਲੜਾਈ ਦਾ ਪੰਜਾਬ ਦੇ ਸੱਭਿਆਚਾਰਕ ਤੇ ਬਾਕੀ ਜੀਵਨ ਦੇ ਸੋਝੀ ਤੇ ਤੁਸੀਂ ਪੰਜਾਬ 'ਚ ਆ ਕੇ 1.5 ਮਹੀਨੇ 'ਚ ਵੜਾ ਦਿੱਤੀ, ਹੁਣ ਸੋਝੀ ਕਿੱਥੇ ਰਹਿ ਗਈ? ਨਹੀਂ, ਚੇਤਨਾ ਦਾ ਪੱਧਰ ਇਸ ਤਰ੍ਹਾਂ ਨਹੀਂ ਕੋਈ ਬੰਦਾ ਕਿਸੇ ਥਾਂ ਚਲਾ ਗਿਆ, ਉਹ ਕੁਝ ਵਿਅਕਤੀਆਂ ਦੇ ਫੈਸਲੇ ਹੋ ਸਕਦੇ ਨੇ। ਸਮਾਜ ਸਮੂਹਕ ਚੇਤਨਾ ਜਿਹੜੀ ਹੁੰਦੀ ਹੈ, ਉਹ ਸਮੂਹਕ ਚੇਤਨਾ ਦੇ ਵਿੱਚ ਇਹ ਗੱਲ ਆ ਰਹੀ ਹੈ। ਅੱਜ ਕਣਕ ਦੇ ਨਾੜ ਨੂੰ ਜੇ ਅੱਗ ਲਾ ਰਹੇ ਨੇ ਤਾਂ ਸਾਰੇ ਕਿਸਾਨ ਇਸ ਤਰ੍ਹਾਂ ਨਹੀਂ ਸੋਚਦੇ। ਬਹੁਤ ਸਾਰੇ ਲੋਕ, ਬਹੁਤ ਸਾਰਾ ਹਿੱਸਾ, ਖੁਦ ਸਾਡੀ ਯੂਨੀਅਨ ਇਸ ਗੱਲ ਦੇ ਉੱਪਰ ਥੱਲੇ ਹੁਣ ਵੀ ਅਸੀਂ 26 ਮਈ ਨੂੰ ਮੋਗੇ ਕੁਝ ਸਵਾਲਾਂ ਦੇ ਉੱਪਰ ਰੈਲੀ ਕਰ ਰਹੇ, ਮੈਂ ਉਹਦੇ ਤੇ ਵੀ ਕੋਈ ਗੱਲ ਰੱਖੂੰਗਾ। ਪਰ ਅਸੀਂ ਜਦੋਂ ਇਹਦੀ ਪ੍ਰੈਪਰੇਸ਼ਨ ਕਰ ਰਹੇ ਹਾਂ ਤਾਂ ਆਹ ਜਿਹੜਾ ਪਛੜਿਆਪਨ ਹੈ ਕਿ ਪਾਣੀ ਛੱਡ ਕੇ ਜ਼ਮੀਨ ਠੰਡੀ ਕਰਨੀ ਹੈ ਤੇ ਜਾਂ ਕਣਕ ਦੇ ਨਾੜ ਨੂੰ ਅੱਗ ਲਾਉਣੀ ਹੈ, ਅਸੀਂ ਬਿਲਕੁਲ ਵੀ ਇਹੀ ਸਮਝਾ ਰਹੇ ਹਾਂ ਵੀ ਇਹ ਨਹੀਂ ਕਰਨਾ ਚਾਹੀਦਾ। ਗਲਤ ਹੈ, ਗਲਤ ਹੈ। ਜਿਹੜੀ ਗੱਲ ਗਲਤ ਹੈ ਉਹ ਗਲਤ ਹੈ ਜੀ। ਇਹਦੇ ਨਾਲ ਹੀ ਤੁਸੀਂ ਗੱਲ ਜੋੜੀ ਹੈ ਵੀ ਜ਼ੋਨ ਵਾਈਜ਼ ਫਸਲ ਜਿਹੜੀ ਹੈ ਕਿਹੜੀ ਉਗਾਉਣੀ ਚਾਹੀਦੀ, ਤੇ ਨਾਲ ਦੀ ਨਾਲ ਆ ਗਈ ਵੀ ਜ਼ੋਨ ਵਾਈਜ਼ ਪ੍ਰੋਸੈਸਿੰਗ ਯੂਨਿਟ ਵੀ ਲੱਗਣੇ ਚਾਹੀਦਾ। ਬਿਲਕੁਲ। ਦੇਖੋ, ਇੱਕ ਚੀਜ਼ ਬਹੁਤ ਸਪਸ਼ਟ ਹੈ ਜੀ, ਪੰਜਾਬ ਨੂੰ ਇੰਡਸਟਰੀ ਦੀ ਜ਼ਰੂਰਤ ਹੈ। ਖੇਤੀ ਇੱਕ ਪੜਾਅ ਤੱਕ ਵਿਕਸਿਤ ਹੋ ਗਈ, ਇਸ ਨੂੰ ਜੇ ਹੋਰ ਵਿਕਸਿਤ ਕਰਨਾ ਤਾਂ ਕਾਰਪੋਰੇਟ ਨੂੰ ਪਾਸੇ ਕਰਕੇ ਸਾਨੂੰ ਜ਼ਹਿਰ ਮੁਕਤ ਤੇ ਹੰਡਨਸਾਰ ਤੱਗਨਸਾਰ ਜਿਹੜਾ ਕੁਦਰਤੀ ਖੇਤੀ ਮਾਡਲ ਵਾਲੇ ਪਾਸੇ ਨੂੰ ਜਾਣਾ ਪਊ, ਜਿਹੜਾ ਲਾਭਕਾਰੀ ਵੀ ਹੋਵੇ। ਦੂਜਾ, ਪੰਜਾਬ 'ਚ ਇਹ ਸਾਰੀ ਖੇਤੀ ਜੋ ਵੀ ਫਸਲ ਪੈਦਾਵਾਰ ਹੁੰਦੀ ਹੈ, ਇੱਕ ਕਿਸਮ ਨਾਲ ਸਾਡਾ ਰਾ ਮਟੀਰੀਅਲ ਵੀ ਹੈ। ਸਾਡੀਆਂ ਲੋੜਾਂ ਲਈ ਵੀ ਜਿਹੜੀ ਵਰਤੀ ਜਾਵੇ, ਸਾਡੀਆਂ ਬਾਕੀ ਲੋੜਾਂ ਨੂੰ ਵੀ ਪੂਰੀਆਂ ਕਰੇ। ਉਸ ਲਈ ਜ਼ਰੂਰਤ ਹੈ ਕਿ ਖੇਤੀ ਤੇ ਆਧਾਰਿਤ ਸਨਅਤ ਹੈ ਜਿਹੜੀ ਪੰਜਾਬ 'ਚ ਵਧਾਈ ਜਾਵੇ। ਸਾਨੂੰ ਡਿਸਟਿਲਰੀਆਂ ਨਹੀਂ ਚਾਹੀਦੀਆਂ, ਸਾਨੂੰ ਸ਼ਰਾਬ ਦੀਆਂ ਫੈਕਟਰੀਆਂ ਨਹੀਂ ਚਾਹੀਦੀਆਂ, ਸਾਨੂੰ ਖੇਤੀ ਆਧਾਰਿਤ ਸਨਅਤ ਚਾਹੀਦੀ ਹੈ। ਮੈਂ ਇੱਕ ਉਦਾਹਰਨ ਦਿੰਦਾ, ਫਰੀਦਕੋਟ ਦੀ ਸ਼ੂਗਰ ਮਿਲ ਸੀ, ਉਹ ਬਿਜਲੀ ਵੀ ਪੈਦਾ ਕਰਦੀ ਸੀ, ਬਿਜਲੀ ਵੇਚਦੀ ਸੀ ਜਿਹੜੀ ਸਰਪਲਸ ਹੁੰਦੀ ਸੀ, ਪਰ ਉਹ ਸ਼ੂਗਰ ਮਿਲ ਬੰਦ ਹੋ ਗਈ, ਕੋਆਪਰੇਟਿਵਸ 'ਚ ਸੀ। ਇਹਨਾਂ ਦਾ ਪੱਠਾ ਕਿਉਂ ਬੈਠਿਆ? ਇਹ ਸਵਾਲ ਇਹ ਹੈ ਕਿ ਗਵਰਨਮੈਂਟ ਦੀਆਂ ਪਾਲਿਸੀਆਂ ਇਹਨਾਂ ਚੀਜ਼ਾਂ ਨੂੰ ਖਤਮ ਕਰਨ ਵਾਲੀਆਂ ਰਹੀਆਂ ਨੇ। ਜੇ ਐਗਰੋ ਬੇਸਡ ਇੰਡਸਟਰੀ ਖੜੀ ਕੀਤੀ ਜਾਵੇ, ਅਸੀਂ ਕਿਹਦੇ 'ਚ ਨਹੀਂ ਕਰ ਸਕਦੇ। ਅਸੀਂ ਆਪਣਾ ਤੇਲ ਹੈ ਜਿਹੜਾ ਖਾਣ ਦਾ ਸਾਰਾ, ਜਿਹੜਾ ਪਾਮ ਆਇਲ ਅਸੀਂ ਬਾਹਰੋਂ ਮੰਗਾਉਂਦੇ ਹਾਂ, ਰਿਫਾਈਨਡ ਆਇਲ ਅਸੀਂ ਬਾਹਰੋਂ ਮੰਗਾਉਂਦੇ ਹਾਂ, ਅਸੀਂ ਇੱਥੇ ਕਿਉਂ ਨਹੀਂ ਪ੍ਰੋਸੈਸ ਕਰਕੇ ਬਣਾ ਸਕਦੇ? ਇੱਥੇ ਬਣ ਸਕਦਾ ਆ, ਪਰ ਕਿਉਂਕਿ ਟੈਕਨੀਕ ਦੇ ਉੱਪਰ, ਇੰਡਸਟਰੀ ਦੇ ਉੱਪਰ ਵੱਡਾ ਕਾਰਪੋਰੇਟ ਕਾਬਜ਼ ਹੈ ਔਰ ਉਸ ਨੇ ਇਹ ਚੀਜ਼ ਡਿਵੈਲਪ ਨਹੀਂ ਹੋਣ ਦੇਣੀ, ਕਿਉਂਕਿ ਉਹਦੇ ਮੁਨਾਫੇ ਨੂੰ ਸੱਟ ਵੱਜਦੀ ਹੈ। ਗਵਰਨਮੈਂਟ ਹਿੰਮਤ ਦਿਖਾਵੇ, ਇਸ ਮਾਮਲੇ 'ਚ ਕਾਰਪੋਰੇਟ ਨੂੰ ਬਾਹਰ ਰੱਖੇ, ਇਸ ਨੂੰ ਸਰਕਾਰੀ ਜਾਂ ਸਹਿਕਾਰੀ ਖੇਤਰ 'ਚ। ਸਾਡਾ ਵੇਰਕਾ ਤੇ ਮਾਰਕਫੈਡ ਕਿਉਂ ਨਹੀਂ ਕਰ ਸਕਦੇ? ਕਿਸੇ ਟਾਈਮ ਮਾਰਕਫੈਡ ਦਾ ਦੇਸੀ ਘਿਓ ਲੋਕਾਂ ਦੇ ਘਰਾਂ ਤੱਕ ਭੱਜ ਲੋਕ ਖਰੀਦਦੇ ਸੀ। ਅੱਜ ਵੀ ਵੇਰਕਾ ਦੀ ਮਠਿਆਈ ਜਦੋਂ ਦੀਵਾਲੀ ਆਉਂਦੀ ਹੈ, ਦੂਜੇ ਪਾਸੇ ਮਿਲਾਵਟੀ ਹੁੰਦੀ ਹੈ, ਵੇਰਕਾ ਦੀ ਮਠਿਆਈ ਨੂੰ ਲੋਕ ਪ੍ਰੈਫਰ ਕਰਦੇ ਨੇ। ਠੀਕ ਹੈ, ਇਹ ਵੇਰਕਾ ਤੇ ਮਾਰਕਫੈਡ ਇਹ ਚੀਜ਼ਾਂ ਕਿਉਂ ਨਹੀਂ ਬਣਾ ਕੇ ਅੱਗੇ ਵੇਚ ਸਕਦੇ? ਇਹ ਨਾ ਰਮਿੰਦਰ ਜੀ, ਤੁਹਾਡੀਆਂ ਗੱਲਾਂ 'ਚੋਂ ਸਵਾਲ ਇੱਕ ਉੱਠਿਆ ਵੀ ਅਕਸਰ ਇਹ ਕਹਿੰਦੇ ਵੀ ਸਰਕਾਰਾਂ ਮਾੜੀਆਂ ਨੇ, ਇਹ ਸਾਰਾ ਕੁਝ ਕਿਉਂ ਨਹੀਂ ਹੋਇਆ? ਤੁਸੀਂ ਜਿਹੜੀ ਗੱਲ ਕਰ ਰਹੇ ਜੇ ਬਿਲਕੁਲ ਠੀਕ ਹੈ ਵੀ ਇੱਧਰ ਕਿਉਂ ਨਹੀਂ ਵਧੇ, ਆਪਾਂ 70 ਸਾਲਾਂ ਤੋਂ ਕਿਉਂ ਨਹੀਂ ਵਧੇ? ਅਸੀਂ ਮੁੱਖ ਮੰਤਰੀ ਨੂੰ, ਮੰਤਰੀਆਂ ਨੂੰ, ਸਿਆਸਤਦਾਨਾਂ ਨੂੰ ਭੰਡ ਦਿੰਦੇ ਹਾਂ। ਲੱਗਦਾ ਨਹੀਂ ਵੀ ਹੁਣ ਸਮਾਂ ਆ ਗਿਆ ਵੀ ਹੁਣ ਉਸ ਸਮੇਂ ਦੇ ਸੈਕਟਰੀ ਇਰੀਗੇਸ਼ਨ, ਉਸ ਸਮੇਂ ਦੇ ਸੈਕਟਰੀ ਖੇਤੀਬਾੜੀ, ਉਸ ਸਮੇਂ ਦੇ ਸੈਕਟਰੀ ਭੌਂ ਤੇ ਜਲ ਸੰਭਾਲ, ਉਹਨਾਂ ਵੱਲ ਵੀ ਇਸ਼ਾਰਾ ਕਰੀਏ ਵੀ ਤੁਸੀਂ ਕੀ ਕਰਦੇ ਰਹੇ? ਬੁੱਕਾਂ ਦੀਆਂ ਬੁੱਕ ਤੁਸੀਂ ਨੋਟ ਤਨਖਾਹਾਂ ਦੇ ਭਰ ਕੇ ਲਿਜਾਂਦੇ ਰਹੇ ਘਰ, ਤੁਸੀਂ ਪੰਜਾਬ ਨੂੰ ਦਿੱਤਾ ਕੀ ਆ? ਕਿਉਂਕਿ ਸਿਹਤ ਤੇ ਉਹਨਾਂ ਦੇਣੀ ਆ ਨਾ, ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਵਿੱਚ ਬੈਠੇ ਨੇ ਵਿਗਿਆਨੀ, ਉਹਨਾਂ ਨੇ ਦੇਣੀ ਆ ਨਾ, ਉਹ ਕੀ ਕਰਦੇ ਰਹੇ? ਬੇਸਿਕਲੀ ਜਿਹੜੀ ਸਾਰੀ ਪਾਲਿਸੀ ਔਰ ਜਿਹੜੀ ਖੋਜ ਹੈ, ਰਿਸਰਚ ਹੈ, ਇਹ ਓਰੀਐਂਟ ਕੀਤੀ ਗਈ ਕਾਰਪੋਰੇਟ ਵੱਲੋਂ।
ਇੱਕ ਅਲਟਰਨੇਟਿਵ ਮਾਡਲ ਹੈ, ਅਲਟਰਨੇਟਿਵ ਥਿੰਕਿੰਗ ਵਾਲੇ ਲੋਕ ਹੈਗੇ ਨੇ। ਸੰਧਵਾ ਸਾਹਿਬ ਦੀ ਮੀਟਿੰਗ 'ਚ ਹੀ ਅਸੀਂ ਦੇਖ ਲਿਆ ਸੀ ਕਿ ਅਲਟਰਨੇਟਿਵ ਥਿੰਕਿੰਗ ਪੈਟਰਨ ਤੇ ਸੋਚਣ ਵਾਲੇ ਸਾਡੇ ਵੱਡੇ ਵਿਦਵਾਨ ਪ੍ਰੈਜ਼ੈਂਟ ਨੇ। ਐਗਰੀਕਲਚਰ ਯੂਨੀਵਰਸਿਟੀ 'ਚੋਂ ਪੈਥੋਲੋਜਿਸਟ ਆਏ ਸੀ ਸਤਵਿੰਦਰ ਕੌਰ ਮਾਨ ਜੀ, ਉਹਨਾਂ ਨੇ ਇਸ ਕਣਕ ਝੋਨੇ ਦੇ ਸਰਕਲ ਦੇ ਉੱਪਰ ਪੂਰਾ ਹਮਲਾ ਕੀਤਾ ਵੀ ਇਹਦੇ ਤੋਂ ਛੁਟਕਾਰਾ ਪਾਉਣ ਦੀ ਬਿਲਕੁਲ ਜਿਹੜਾ ਟਾਈਮ ਆ ਗਿਆ, ਇਹਨੂੰ ਪਾਸੇ ਕਰਨਾ ਚਾਹੀਦਾ, ਜਿੰਨੀ ਜਲਦੀ ਕਰ ਲਓ। ਦਵਿੰਦਰ ਸ਼ਰਮਾ ਜੀ ਨੇ ਜਾਂ ਹੋਰ ਲੋਕ ਨੇ ਲਗਾਤਾਰ ਬੋਲ ਰਹੇ ਨੇ। ਗੱਲ ਇਹ ਹੈ ਕਿ ਉਹਨਾਂ ਦੇ ਸੁਝਾਵਾਂ ਨੂੰ ਕੋਈ ਤਵੱਜੋ ਦਊਗਾ ਕਿ ਨਹੀਂ ਦਊਗਾ। ਬਹੁਤ ਸਾਰੇ ਬੰਦੇ ਈਵਨ ਰਿਸਰਚ ਦੇ ਲੈਵਲ ਤੇ ਨੈਸ਼ਨਲ ਲੈਵਲ ਦੇ ਡਾਇਰੈਕਟਰ ਉਹ GM ਸਰੋਂ ਦੇ ਖਿਲਾਫ ਨੇ, ਪਰ ਐਗਰੀਕਲਚਰ ਯੂਨੀਵਰਸਿਟੀ ਬੀਜ ਰਹੀ ਹੈ। ਤਾਂ ਸਵਾਲ ਇਹ ਹੈ ਕਿ ਸਾਡੀ ਉਹ ਦਿਸ਼ਾ ਕੀ ਹੈ। ਜੇ ਅੱਜ ਗਵਰਨਮੈਂਟ ਦੇ ਲੈਵਲ ਤੇ ਇਸ ਲੈਵਲ ਨਾਲ ਖੁੱਲੇ ਮਨ ਨਾਲ ਕਿ ਕਿਸ ਤਰ੍ਹਾਂ ਸਾਡੀਆਂ ਸਥਾਨਕ ਲੋੜਾਂ, ਅਸੀਂ ਆਤਮ ਨਿਰਭਰ ਕਿਵੇਂ ਹੋ ਸਕਦੇ ਹਾਂ, ਸਥਾਨਕ ਲੋੜਾਂ ਨੂੰ ਤਵੱਜੋ ਦਈਏ। ਦਾਲਾਂ ਅਸੀਂ ਬਹੁਤੀਆਂ ਬਾਹਰੋਂ ਮੰਗਾਉਂਦੇ ਹਾਂ, ਬਹੁਤੀ ਆਪਣੀ ਖਪਤ ਦਾ ਲਗਭਗ ਅਸੀਂ 15% ਹਿੱਸਾ ਹੀ ਆਪਣੇ ਕੋਲੋਂ ਹੈਗਾ, 85% ਤਾਂ ਬਾਹਰੋਂ ਮੰਗਾਉਂਦੇ ਹਾਂ। ਅਸੀਂ 75,000 ਕਰੋੜ ਰੁਪਏ ਇਹਦੇ ਤੇ ਖਰਚ ਕਰਦੇ ਆ। ਜੇ ਅਸੀਂ ਇੱਥੇ ਹੀ ਲਾ ਲਈਏ, ਇਹਦੇ ਚੋਂ ਕਿਸਾਨ ਨੂੰ ਵੀ ਦੇ ਦਈਏ, ਤਾਂ ਇੱਥੇ ਉਸ ਦਾਲਾਂ ਦੇ ਪ੍ਰੋਸੈਸਿੰਗ ਯੂਨਿਟ ਜਾਂ ਹੋਰ ਬਹੁਤ ਸਾਰੇ ਲੋਕਾਂ ਲਈ ਨਵਾਂ ਰੁਜ਼ਗਾਰ ਪੈਦਾ ਹੋ ਸਕਦਾ। ਪਰ ਸੋਚਿਆ ਜਾਣਾ ਚਾਹੀਦਾ ਕਿ ਸਾਡੇ ਮੁਲਕ ਦਾ ਇੰਡੀਪੈਂਡੈਂਟ ਡਿਵੈਲਪਮੈਂਟ ਕਿਵੇਂ ਹੋ ਸਕਦੀ ਹੈ। ਜੇ ਕਾਰਪੋਰੇਟ ਦਾ ਹੀ ਹਿੱਤ ਸੋਚੂਗਾ ਹਰ ਕੋਈ, ਤਾਂ ਫਿਰ ਲੋਕ ਨਹੀਂ ਏਜੰਡੇ ਤੇ ਆਉਂਦੇ। ਜੇ ਤੁਹਾਡੀ ਇਹ ਫਿਗਰ 75,000 ਕਰੋੜ ਸੱਚੀ ਹੈ, ਤੇ ਫਿਰ ਤਾਂ ਮੈਨੂੰ ਲੱਗਦਾ ਵੀ ਪਿਛਲੇ ਕਈ ਸਾਲਾਂ ਤੋਂ ਜਿਹੜੇ ਇੱਥੇ ਅਫਸਰਸ਼ਾਹੀ ਰਹੀ ਇਹਨਾਂ ਡਿਪਾਰਟਮੈਂਟਾਂ ਦੀ, ਉਹਨਾਂ ਤੇ ਸਵਾਲ ਉੱਠਣੇ ਚਾਹੀਦੇ, ਉਹਨਾਂ ਨੂੰ ਚਰਾਏ 'ਚ ਬਿਠਾ ਕੇ ਪੁੱਛਣਾ ਚਾਹੀਦਾ ਤੁਸੀਂ ਕੀਤਾ ਕੀ ਹੈ। ਅੱਗੇ ਵਧਦੇ ਆ, ਕਿਉਂਕਿ ਤੁਸੀਂ ਸੁਝਾਅ ਅੱਗੇ ਬੜੇ ਵਧੀਆ ਦਿੱਤੇ। ਫਲਾਂ, ਸਬਜ਼ੀਆਂ, ਫਸਲਾਂ ਦੀ ਘੱਟੋ ਘੱਟ ਸਰਕਾਰੀ ਕੀਮਤ ਤੈਅ ਕਰਨ ਤੇ ਖਰੀਦ ਗਰੰਟੀ ਦੇਣ। ਤੁਸੀਂ ਇੱਕ ਇਹ ਵੀ ਸੁਝਾਅ ਦਿੱਤਾ, ਇਹ ਕਿਵੇਂ ਸੰਭਵ ਹੋ ਸਕਦਾ? ਪੰਜਾਬ ਸਰਕਾਰ ਦਾ ਖਜ਼ਾਨਾ ਤੇ ਉਨਾ ਹੀ ਹੈ, ਕਿਵੇਂ ਦੇ ਦੇਗੀ? ਦੇਖੋ, ਇਹ ਸਵਾਲ ਜੇ ਗਵਰਨਮੈਂਟ ਇਸ ਗੱਲ ਦਾ ਪ੍ਰਬੰਧ ਕਰੇ, ਕੇਰਲਾ ਗਵਰਨਮੈਂਟ ਨੇ ਵੀ ਤਾਂ ਕੀਤਾ, ਇੱਕੋ ਵਾਰੀ ਕਰਨ ਦੀ ਲੋੜ ਹੈ, ਇੱਕ ਸਰਕਲ ਚੱਲ ਪੈਣਾ ਹੈਗਾ। ਬਾਗਬਾਨੀ ਦੇ ਖੇਤਰ 'ਚ ਪੰਜਾਬ 'ਚ ਅੱਗੇ ਵਧਣਾ ਚਾਹੀਦਾ। ਵੱਡੇ ਜ਼ਿਮੀਂਦਾਰ ਨੇ, ਛੋਟਾ ਜ਼ਿਮੀਂਦਾਰ ਇਸ ਕਰਕੇ ਰਿਸਕ ਨਹੀਂ ਲੈਂਦਾ ਕਿ 3 ਸਾਲਾਂ ਨੂੰ ਜਾ ਕੇ 4 ਸਾਲਾਂ ਨੂੰ ਬਾਅਦ ਕੋਈ ਫਸਲ ਦੇਣੀ ਸ਼ੁਰੂ ਕਰਦਾ। ਉਹਦੇ ਕੋਲੇ ਉਹ ਸਹਿਯੋਗ ਜਾਂ ਸਾਧਨ ਨਹੀਂ ਹੈ, ਉਨੀ ਉਹਦੀ ਸਮਰੱਥਾ ਨਹੀਂ ਹੈ। ਜੇ ਗਵਰਨਮੈਂਟ ਉਹਨਾਂ ਨੂੰ ਹੈਲਪਿੰਗ ਹੈਂਡ ਅੱਗੇ ਵਧਾਵੇ, ਸਬਸਿਡਾਈਜ਼ਡ ਕਰੇ, ਸਾਰਾ ਕੁਝ ਕਰੇ, ਹੈਲਪ ਕਰੇ, ਤਾਂ ਅਸੀਂ ਬਹੁਤ ਸਾਰੀਆਂ ਬਾਗਬਾਨੀ ਦਾ ਖੇਤਰ ਵਧਾ ਸਕਦੇ ਹੈਗੇ। ਬਾਕੀ ਫਾਜ਼ਿਲਕਾ 'ਚ ਤਾਂ ਇਸ ਵਾਰੀ ਨਹਿਰੀ ਪਾਣੀ ਨਹੀਂ ਮਿਲਿਆ, ਜ਼ਮੀਨ ਹੇਠਲਾ ਪਾਣੀ ਮਾੜਾ, ਨਹਿਰੀ ਪਾਣੀ ਨਹੀਂ ਢੰਗ ਨਾਲ ਮਿਲਿਆ ਤਾਂ ਉਹਨਾਂ ਨੂੰ ਬਾਗ ਆਪਣੇ ਪੱਟਣੇ ਪੈ ਗਏ, ਜਿਹੜੇ ਉਹਨਾਂ ਨੇ ਸੰਵਾਰ ਕੇ ਇੱਕ ਥਾਂ ਤੇ ਲੈ ਕੇ ਆਉਂਦੇ ਸੀ। ਬਰਿਆਂ ਦੀ ਮਿਹਨਤ ਲੱਗਦੀ ਇਸ ਗੱਲ ਦੇ ਵਿੱਚ, ਔਰ ਉਹ ਪੱਟਣੇ ਪੈ ਗਏ। ਜੇ ਇਸ ਪਾਸੇ ਨੂੰ ਵਾਕਈ ਨੀਤੀ ਹੋਊਗੀ, ਸਾਡੀ ਮੀਟਿੰਗ ਦੇ ਵਿੱਚ ਉਦੋਂ ਬਾਗਬਾਨੀ ਦੇ ਡਾਇਰੈਕਟਰ ਵੀ ਸ਼ਾਮਿਲ ਸੀ, ਉਹਨਾਂ ਦੇ ਆਪਣੇ ਵੀ ਕੁਝ ਐਕਸਪੀਰੀਅੰਸ ਹੈਗੇ, ਉਹ ਆਪ ਵੀ ਕਰਦੇ ਨੇ, ਉਹ ਬਾਗ ਦਾ, ਉਹਨਾਂ ਦਾ ਬਾਗ ਦੀ ਖੇਤੀ ਹੈਗੀ ਹੈ। ਇਹ ਸਾਰੇ ਲੋਕਾਂ ਦੇ ਪੋਜ਼ਿਟਿਵ ਐਕਸਪੀਰੀਅੰਸਿਸ ਨੂੰ, ਕਿਉਂਕਿ ਖੇਤੀ ਨੀਤੀ ਜੇ ਤੁਸੀਂ ਬਣਾਉਣ ਲੱਗੇ ਆ, ਬਣਾ ਕੇ ਬੰਦ ਕਰਨ ਦੀ ਲੋੜ ਨਹੀਂ, ਇਹ ਪ੍ਰੋਸੈਸ ਕੰਟੀਨਿਊ ਰਹਿਣਾ ਚਾਹੀਦਾ। ਥੱਲੇ ਆਮ ਲੋਕਾਂ ਦੇ ਵੀ ਜੋ ਤਜਰਬੇ ਨੇ, ਉਹਨਾਂ ਨੂੰ ਕਿਵੇਂ ਆਤਮਸਾਤ ਕਰੀਏ ਤਾਂ ਜੋ ਚੀਜ਼ ਅੱਗੇ ਵਿਕਸਿਤ ਹੋਵੇ। ਇੱਕ ਤੁਸੀਂ ਅੱਗੇ ਗੱਲ ਕਹੀ ਵੀ ਜ਼ੋਨ ਵਾਈਜ਼ ਲੋੜੀਂਦੀ ਮਸ਼ੀਨਰੀ ਬਣਾਈ ਜਾਵੇ, ਤੁਹਾਡਾ ਮਤਲਬ ਹਰੇਕ ਜ਼ਿਲ੍ਹੇ ਦੀ ਮਸ਼ੀਨਰੀ ਦਾ ਮਾਡਲ ਵੱਖਰਾ ਹੋਊਗਾ? ਦੇਖੋ, ਜਿੱਥੇ ਜਿਸ ਤਰ੍ਹਾਂ ਦੇ, ਜਿਵੇਂ ਟਰੈਕਟਰ ਨੇ, ਟਰੈਕਟਰ ਵੱਧ ਪਾਵਰ ਵਾਲੇ ਨੇ, ਕਈ ਵਾਰੀ ਉਨੀ ਉਹ ਚੀਜ਼ ਨਹੀਂ। ਜੇ ਖੇਤੀ ਸੰਦ ਕੇਂਦਰ ਖੋਲ ਦੇਣ ਤਾਂ ਜੋ ਜ਼ਮੀਨ ਦੀ ਜਿੰਨੀ ਮਾਤਰਾ ਸਾਡੇ ਕੋਲ ਹੈਗੀ, ਜਿੰਨੀ ਖੇਤੀ ਕਰ ਰਹੇ ਉਹਦੇ ਮੁਤਾਬਕ ਦੀ ਉਹ ਖੇਤੀ ਹੋਵੇ, ਤੇ ਉਸ ਇਹ ਬੇਲੋੜੀ ਨਾ ਬਣ ਜੇ। ਅੱਜ 3 ਏਕੜ ਵਾਲਾ ਵੀ, 2 ਏਕੜ ਵਾਲਾ ਵੀ ਟਰੈਕਟਰ ਦੇ ਉੱਪਰ ਖੜਾ, ਤੇ ਵੱਧ ਜ਼ਮੀਨ ਵਾਲਾ ਵੀ ਟਰੈਕਟਰ ਤੇ ਖੜਾ। ਟਰੈਕਟਰ ਉਨਾ ਮੁੱਲ ਨਹੀਂ ਮੋੜਦਾ, ਜਾਂ ਮਸ਼ੀਨਰੀ ਉਨਾ ਮੁੱਲ ਨਹੀਂ ਮੋੜਦੀ। ਮਸ਼ੀਨਰੀ ਦੀ ਪ੍ਰੋਪਰ ਯੂਟਿਲਾਈਜੇਸ਼ਨ ਹੋ ਸਕਦੀ ਹੋਵੇ, ਇੱਕ ਤਾਂ ਇਸ ਲਈ ਖੇਤੀ ਸੰਦ ਕੇਂਦਰ ਆ। ਦੂਸਰਾ, ਮਸ਼ੀਨਰੀ ਇੱਥੇ ਬਣ ਸਕਦੀ ਹੈ। ਬਹੁਤ ਸਾਰੇ ਲੋਕਾਂ ਨੇ ਬਣਾਇਆ, ਪੀਟਰ ਰੇੜੇ, ਹੜੰਬੇ ਲੋਕਾਂ ਨੇ ਆਪ ਹੀ ਬਣਾਏ ਸੀਗੇ। ਲੋਕਾਂ ਦੀ ਕ੍ਰੀਏਟੀਵਿਟੀ ਨੂੰ ਜੇ ਨਾਲ ਜੋੜ ਕੇ ਇਸ ਤਰ੍ਹਾਂ ਇੰਡਸਟਰੀ ਨੂੰ ਅੱਗੇ ਤੋਰਿਆ ਜਾਵੇ, ਵਧਾਇਆ ਜਾਵੇ, ਔਰ ਇਹ ਰਿਜ਼ਰਵ ਹੋਵੇ, ਇਹ ਕੋਆਪਰੇਟਿਵ ਤੇ ਗਵਰਨਮੈਂਟ ਦੇ ਖੇਤਰ ਲਈ ਰਿਜ਼ਰਵ ਹੋਵੇ, ਇਹਦੇ 'ਚ ਕਾਰਪੋਰੇਟ ਦਾ ਦਾਖਲਾ ਨਾ ਹੋਵੇ, ਤਾਂ ਪੰਜਾਬ ਦੀ ਇਕਨੋਮੀ ਨੂੰ ਉਹ ਬੂਸਟ ਮਿਲ ਸਕਦਾ, ਜਿਹੜਾ ਅਸੀਂ ਜਿਸ ਸੰਕਟ 'ਚ ਫਸੇ ਹਾਂ ਨਾ, ਉਹਦੇ 'ਚੋਂ ਬਾਹਰ ਨਿਕਲਣ ਦਾ ਰਸਤਾ ਹੋ ਸਕਦਾ। ਔਰ ਇਹਦੇ 'ਚ ਸਾਨੂੰ ਇੱਕ ਗੱਲ ਹੋਰ, ਜਿੱਥੇ ਇਹ ਮਾਡਲ ਬਦਲਣ ਦੀ ਲੋੜ ਹੈ, ਫਸਲਾਂ ਦੀ ਖਰੀਦ MSP ਤੇ ਖਰੀਦ ਦੀ ਗਰੰਟੀ ਦੇਣ ਦੀ ਲੋੜ ਹੈ, ਉੱਥੇ ਸਾਨੂੰ ਭਾਰਤ ਪਾਕਿਸਤਾਨ ਸੜਕੀ ਲਾਂਘੇ ਰਾਹੀਂ ਟ੍ਰੇਡ ਖੋਲ੍ਹਣ ਦੀ ਲੋੜ ਹੈ। ਗੁਜਰਾਤ ਰਾਹੀਂ ਹੋ ਸਕਦਾ, ਅਡਾਨੀ ਦੀ ਬੰਦਰਗਾਹ ਆ,
ਉਸ ਨੂੰ ਪੈਸਾ ਕਮਾ ਕੇ ਦਿੱਤਾ ਜਾ ਸਕਦਾ, ਗੁਜਰਾਤ ਪੈਸਾ ਕਮਾ ਸਕਦਾ। ਪੰਜਾਬ ਲਈ ਮਤਰੇਈਮਾਂ ਵਾਲਾ ਸਲੂਕ ਕੀਤਾ ਹੋਇਆ। ਜੇ ਸਾਡੇ ਇੱਥੋਂ ਇਹ ਖੁੱਲ ਜੇ ਤਾਂ ਘੱਟੋ ਘੱਟ ਪੰਜਾਬ 'ਚ ਬਾਸਮਤੀ ਦਾ ਰਕਬਾ ਇਸ ਵਾਰੀ ਹੋਰ ਵਧਣ ਜਾ ਰਿਹਾ। ਠੀਕ ਹੈ, ਗੌਰਮੈਂਟ ਬਾਸਮਤੀ ਦੀ ਹੋਈ ਖਰੀਦ ਦੀ ਗਰੰਟੀ ਕਰ ਦੇਵੇ MSP ਤੇ। ਲਗਭਗ ਸਾਡੀ ਬਾਸਮਤੀ ਜੇ ਅਸੀਂ ਜ਼ਹਿਰ ਦਾ ਪ੍ਰਭਾਵ ਉਹਦੇ ਤੋਂ ਖਤਮ ਕਰਕੇ ਬਣਾਈਏ, ਕੁਦਰਤੀ ਤੌਰ ਤੇ ਕੁਦਰਤੀ ਖੇਤੀ 'ਚ ਵੀ ਬਾਸਮਤੀ ਅੱਗੇ ਵੱਧ ਰਹੀ ਹੈ, ਉਹਦਾ ਝਾੜ ਵੱਧ ਰਿਹਾ। ਜੇ ਉਧਰ ਨੂੰ ਵਧਾਈਏ ਤੇ ਇਹ ਸੜਕੀ ਲਾਂਘਾ ਖੋਲ ਦਈਏ, ਸਾਡਾ ਸਾਰਾ ਨਿਰਯਾਤ ਹੋ ਸਕਦਾ। ਇਹ ਦੇਸ਼ ਦੀ ਆਰਥਿਕਤਾ ਲਈ ਠੁੰਮਣਾ ਹੋ ਸਕਦਾ, ਪੰਜਾਬ ਦੇ ਕਿਸਾਨਾਂ ਲਈ ਠੁੰਮਣਾ ਹੋ ਸਕਦਾ, ਫਾਇਦੇਮੰਦ ਹੋ ਸਕਦਾ। ਔਰ ਜਿਹੜਾ ਉਧਰ ਵੀ ਸੰਕਟ ਹੈ, ਅੰਨ ਦਾ ਸੰਕਟ ਹੈ ਜਾਂ ਹੋਰ ਚੀਜ਼ਾਂ, ਇਹ ਉਹਨਾਂ ਲਈ ਵੀ ਇੱਕ ਰਾਹਤ ਦਾ। ਚਲੋ ਇਹ ਚੰਗੀ ਗੱਲ ਕੀਤੀ, ਪਰ ਮੁੱਦੇ ਬੜੇ ਗੰਭੀਰ ਨੇ। ਇੰਟਰਨੈਸ਼ਨਲ ਮੁੱਦਾ ਸਰਕਾਰ ਕਿਵੇਂ ਸੋਚਦੀ। ਇੱਕ ਤੁਸੀਂ ਕਿਹਾ ਵੀ ਰਾਜਸਥਾਨ ਜਿਹੜਾ ਪਾਣੀ ਜਾਂਦਾ ਉਹਦੀ ਰੈਲਟੀ ਵਾਲੀ ਗੱਲ ਕੀਤੀ ਹੈ। ਇਹ ਪਹਿਲਾਂ ਮੇਰਾ ਹਾਲ ਸਿਮਰਜੀਤ ਬੈਂਸ ਹੋਣਾ ਭਰਾਵਾਂ ਨੇ, ਉਹਨਾਂ ਨੇ ਵੀ ਵਿਧਾਨ ਸਭਾ 'ਚ ਉਠਾਇਆ ਸੀ। ਦੇਖੋ, ਇਹ ਇਸ਼ੂ ਦੁਨੀਆ 'ਚ ਵਿਗਿਆਨਕ ਤੌਰ ਤੇ ਵਿਕਸਿਤ ਹੋਇਆ ਸਿਧਾਂਤ ਹੈ, ਰਿਪੇਰੀਅਨ ਸਿਧਾਂਤ। ਪਾਣੀ ਦੇ ਝਗੜਿਆਂ ਲਈ ਇਸ ਤੋਂ ਵੱਧ ਕਾਰਗਰ ਹਾਲੇ ਵਿਗਿਆਨਕ ਚੀਜ਼ ਸਾਡੇ ਕੋਲੇ ਹੈ ਨਹੀਂ। ਰਿਪੇਰੀਅਨ ਪ੍ਰਿੰਸੀਪਲ ਇਹ ਕਹਿੰਦਾ ਕਿ ਜਿਸ ਸੂਬੇ 'ਚੋਂ ਦਰਿਆ ਨਿਕਲਦਾ ਉਹਦੇ ਵਰਤੋਂ ਦਾ ਸਭ ਤੋਂ ਪਹਿਲਾ ਹੱਕ ਉਹਦਾ, ਕਿਉਂਕਿ ਨੁਕਸਾਨ ਉਹ ਸਹਿੰਦਾ। ਪੀਣ ਲਈ, ਖੇਤੀ ਲਈ, ਇੰਡਸਟਰੀ ਲਈ ਪੰਜਾਬ ਦੇ ਤਿੰਨੋਂ ਹੱਕ ਸੁਰੱਖਿਅਤ ਨੇ। ਪਰ ਅਸੀਂ ਇਹ ਦੇਖ ਰਹੇ ਹਾਂ ਕਿ ਸਾਡਾ ਨਹਿਰੀ ਪਾਣੀ ਹੇਠ ਸਿੰਜਾਈ ਦਾ ਰਕਬਾ ਘਟ ਗਿਆ। ਨਹਿਰੀ ਵਿਵਸਥਾ ਸਾਡੀ ਤਬਾਹ ਹੋ ਗਈ। ਉਹਨੂੰ ਮੁਰੰਮਤ ਕਰਕੇ ਚਾਲੂ ਹਾਲਤ 'ਚ ਲਿਆਉਣ ਦੀ ਲੋੜ ਹੈ। ਇਹ ਅਸੀਂ ਪਿਛਲੇ ਸਾਲ ਡੈਮੋਨਸਟ੍ਰੇਟ ਕਰਕੇ ਕਿਹਾ ਵੀ ਸੀ। ਔਰ ਉਹਦਾ ਇੱਕ ਸਿੱਟਾ ਅਸੀਂ ਇਹ ਦੇਖਦੇ ਹਾਂ ਕਿ ਇਸ ਵਾਰੀ ਨਹਿਰੀ ਖਾਲਾਂ ਨੂੰ ਸੰਵਾਰਨ ਲਈ ਮਹਿਕਮਾ ਭੱਜਿਆ ਫਿਰਦਾ, ਲੱਭੇ ਜਾ ਰਹੇ ਨੇ ਖਾਲ, ਬਾਏ ਨੇ ਲੋਕਾਂ ਨੇ ਬਿਨਾਂ ਸ਼ੱਕ। ਇਹ ਫੇਰ ਦੁਬਾਰ ਤੋਂ ਬਹਾਲ ਕਰਨ ਦੀ ਜ਼ਰੂਰਤ ਹੈ। ਨਹਿਰੀ ਵਿਵਸਥਾ ਨੂੰ ਸੁਚਾਰੂ ਔਰ ਨਵਾਂ ਵਿਸਥਾਰ ਦੇਣ ਦੀ ਜ਼ਰੂਰਤ ਹੈ। ਪਰ ਇਹ ਹੈ ਕਿ ਜਿਹੜੇ ਸੂਬੇ ਰਿਪੇਰੀਅਨ ਵੀ ਨਹੀਂ, ਰਾਜਸਥਾਨ ਸਾਡਾ ਬਿਲਕੁਲ ਰਿਪੇਰੀਅਨ ਸਟੇਟ ਨਹੀਂ। ਹਰਿਆਣੇ ਨੂੰ ਅਸੀਂ ਚਲੋ ਇਹ ਮੰਨ ਲੈਂਦਾ ਵੀ ਤੁਹਾਡੇ ਚੋਂ ਨਿਕਲੇ 60-40। ਰਾਜਸਥਾਨ ਤਾਂ ਕਦੇ ਵੀ ਪੰਜਾਬ ਦਾ ਰਿਪੇਰੀਅਨ ਨਹੀਂ ਰਿਹਾ, ਦਰਿਆਵਾਂ ਦਾ ਰਿਪੇਰੀਅਨ ਨਹੀਂ ਰਿਹਾ। ਉਹਨੂੰ ਪਾਣੀ ਜਾ ਰਿਹਾ। 55 'ਚ ਜਿਹੜਾ ਉਸ ਤੋਂ ਪਹਿਲਾਂ ਅੰਗਰੇਜ਼ਾਂ ਦੇ ਦੌਰ 'ਚ ਵੀ ਉਹਨਾਂ ਨੇ ਕਦੇ ਰਿਪੇਰੀਅਨ ਨਹੀਂ ਮੰਨਿਆ। ਗੰਗ ਨਹਿਰ ਨਿਕਲੀ, ਉਹਦੀ ਰਿਐਲਿਟੀ ਦਿੰਦੀ ਸੀ ਬੀਕਾਨੇਰ ਰਿਆਸਤ। 55 'ਚ ਜਿਹੜਾ ਐਗਰੀਮੈਂਟ ਹੋਇਆ ਜਿਹਦੇ 'ਚ ਇਹ ਪਾਰਟ ਸੀ ਪੰਜਾਬ ਗੌਰਮੈਂਟ, ਉਸ ਐਗਰੀਮੈਂਟ 'ਚ ਲਿਖਿਆ ਹੋਇਆ ਸੈਂਟਰ ਨੇ ਜਿਹੜਾ ਕੀਤਾ ਕਿ ਇਹ ਪਾਣੀ ਦਾ ਮੁੱਲ ਦਾ ਸਵਾਲ ਹੈ, ਜਿਹੜਾ ਰਿਐਲਿਟੀ ਦਾ ਸਵਾਲ ਹੈ, ਅਗਲੀ ਮੀਟਿੰਗ 'ਚ ਡਿਸਾਈਡ ਕਰਾਂਗੇ। ਅੱਜ ਤੱਕ ਡਿਸਾਈਡ ਨਹੀਂ ਹੋਇਆ। ਸਾਨੂੰ ਰਾਜਸਥਾਨ ਤੋਂ ਪਾਣੀ ਦੀ ਰਿਐਲਿਟੀ ਦੀ ਮੰਗ ਕਰਨੀ ਚਾਹੀਦੀ ਹੈ। ਇੱਕ ਤੁਸੀਂ ਖੇਤੀਬਾੜੀ ਤੋਂ ਹਟ ਕੇ ਕੀ ਉਹਦੇ ਨਾਲ ਹੀ ਹੈ ਵੀ ਜਿਹੜਾ ਡੇਅਰੀ ਵਾਲੀ ਗੱਲ ਕਰ ਲਈਏ ਜਾਂ ਬੱਕਰੀਆਂ, ਸੂਰ, ਮੱਛੀ, ਮੀਟ, ਇਹ ਇੱਧਰਲੇ ਪਾਸੇ ਜਾਣ ਦੀ ਵੀ ਗੱਲ ਕੀਤੀ ਹੈ। ਬਿਨਾਂ ਸ਼ੱਕ ਇਸ ਨੂੰ ਖੇਤੀ ਦੇ ਸਾਰੇ ਪੈਦਾਵਾਰ ਦਾ ਹਿੱਸਾ ਬਣਨਾ ਚਾਹੀਦਾ। ਲੰਪੀ ਸਕਿਨ ਆਈ, ਦੁਧਾਰੂ ਪਸ਼ੂ ਬਿਮਾਰ ਹੋਏ, ਦੁੱਧ ਦੀ ਘਾਟ ਹੋਈ, ਪਰ ਪੰਜਾਬ 'ਚ ਕਿਤੇ ਨਜ਼ਰ ਨਹੀਂ ਆਇਆ। ਮਿਲਾਵਟੀ ਤੇ ਨਕਲੀ ਦੁੱਧ ਭਰਮਾਰ ਹੈ। ਇਹ ਕਿਵੇਂ ਧੰਦਾ ਚੈੱਕ ਹੋਵੇ, ਇਹ ਆਪਣੇ ਆਪ 'ਚ ਸਵਾਲ ਹੈ। ਤੇ ਜੇ ਡੇਅਰੀ ਜਾਂ ਮੱਛੀ ਪਾਲਣ ਵੱਲ ਨੂੰ ਵਧਾਂਗੇ, ਪੋਲਟਰੀ ਵੱਲ ਨੂੰ ਵਧਾਂਗੇ, ਤਾਂ ਖਾਦ ਖੁਰਾਕ ਵੀ ਵਧੇਗੀ ਔਰ ਸਾਡੇ ਕੋਲੇ ਚੰਗੀਆਂ ਚੀਜ਼ਾਂ ਵੀ ਆਉਣਗੀਆਂ। ਡੇਅਰੀ ਦਾ ਧੰਦਾ ਵਿਕਸਿਤ ਕਰਨ ਲਈ ਗੌਰਮੈਂਟ ਨੂੰ ਬਿਨਾਂ ਸ਼ੱਕ ਇਸ ਨੂੰ ਪਾਲਿਸੀ ਦਾ ਹਿੱਸਾ ਬਣਾ ਕੇ ਇਸ ਪਾਸੇ ਇਨਕਰੇਜ ਕਰਨਾ ਚਾਹੀਦਾ। ਈਵਨ ਮੁਕਤਸਰ ਵਾਲਾ ਪਾਸਾ ਜਿੱਥੇ ਸੇਮ ਹੈ, ਮੱਛੀ ਪਾਲਣ ਵਧਾਇਆ ਜਾ ਸਕਦਾ। ਔਰ ਜੇ ਇਹ ਚੀਜ਼ਾਂ ਵਧਣ ਤਾਂ ਕਿਸਾਨ ਲਈ ਐਡੀਸ਼ਨਲ ਇਹ ਇਨਕਮ ਦੇ ਸਾਧਨ ਬਣ ਸਕਦੇ ਨੇ। ਅਸੀਂ ਇਹ ਚਾਹੁੰਦੇ ਹਾਂ ਵੀ ਇਹ ਸਾਰੇ ਨੂੰ ਐਗਰੀਕਲਚਰ ਪ੍ਰੋਡਿਊਸ ਦਾ ਹਿੱਸਾ ਬਣ ਕੇ ਇਹਦਾ ਕੀਮਤ ਸੂਚਕ ਅੰਕ ਜਾਂ MSP ਨਾਲ ਜੋੜ ਕੇ ਜੇ ਕਿਸਾਨ ਨੂੰ ਇਹਦਾ ਆਮਦਨਯੋਗ ਜਿਹੜੀ ਕਹਿੰਦੇ ਆ ਵੀ ਜਿੰਨੀ ਉਹਨੂੰ ਝੋਨੇ 'ਚ ਹੁੰਦੀ ਹੈ, ਜੇ ਤੁਸੀਂ ਲਿਆਓਗੇ ਤਾਂ ਚੀਜ਼ਾਂ ਪਲਟ ਸਕਦੀਆਂ, ਚੀਜ਼ਾਂ ਦੂਜੇ ਪਾਸੇ ਜਾ ਸਕਦੀਆਂ। ਔਰ ਇਹਨਾਂ ਸਵਾਲਾਂ ਨੂੰ, ਇਹ ਜਿਹੜੇ ਸਾਰੇ ਸਵਾਲ ਨੇ, ਚਾਹੇ ਖੇਤੀ ਮਾਡਲ, ਈਵਨ ਕਰਜ਼ਾ ਮੁਕਤੀ ਦਾ ਕੁਐਸਚਨ ਵੀ, ਅਸੀਂ ਇਹਨਾਂ ਤੇ ਲਗਾਤਾਰ ਮੁਹਿੰਮ 'ਚ ਹਾਂ। ਪਾਣੀ ਦੇ ਸਵਾਲ ਤੇ ਵੀ, ਨਹਿਰੀ ਪਾਣੀ, ਹਰ ਖੇਤ ਤੱਕ ਨਹਿਰੀ ਪਾਣੀ, ਹਰ ਘਰ ਤੱਕ ਪੀਣ ਵਾਲਾ ਸਾਫ਼ ਪਾਣੀ। ਅੱਜ 52% ਪੰਜਾਬ ਦਾ ਪਾਣੀ ਪ੍ਰਦੂਸ਼ਿਤ ਹੈ। ਇੰਡਸਟਰੀ, ਸੌਰੀ ਟੂ ਸੇ, ਕਿ ਚਾਹੇ ਇੰਨੇ ਸਾਡੇ ਕੋਲੇ ਪ੍ਰਦੂਸ਼ਣ ਡਿਪਾਰਟਮੈਂਟ ਜਾਂ ਟ੍ਰਿਬਿਊਨਲ ਬਣੇ ਹੋਏ ਨੇ, ਪਰ ਇੰਡਸਟਰੀ ਕਿਸੇ ਵੈਸਟਰਨ ਮੁਲਕ 'ਚ ਇੱਦਾਂ ਹੋ ਜਾਏ ਤਾਂ ਮਤਲਬ ਉੱਪਰਲੀ ਹੇਠਾਂ ਹੋ ਜਾਊਗੀ। ਬੋਰ ਕਰਕੇ ਉਹ ਪ੍ਰਦੂਸ਼ਿਤ ਪਾਣੀ ਹੇਠਾਂ ਸੁੱਟਦੇ ਜਾਂ ਦਰਿਆਵਾਂ 'ਚ ਸੁੱਟਦੇ ਨੇ। ਇਹ ਸਾਰੇ ਤੇ ਸਾਨੂੰ ਵੇਲਾ ਆ ਗਿਆ ਕਿ ਢੁਕਵੇਂ ਫੈਸਲੇ ਲੈ ਕੇ। ਵੇਲਾ ਮੈਨੂੰ ਲੱਗਦਾ ਬੇਮੇਲਾ ਹੋ ਗਿਆ, ਬਹੁਤ ਲੇਟ ਹੋ ਗਏ। ਤੁਸੀਂ ਗੱਲ ਕੀਤੀ ਵਨ ਖੇਤੀ ਦੀ, ਪਾਪੂਲਰ, ਸਫੈਦਾ, ਬਰਮਾ ਡੇਕ ਵਗੈਰਾ, ਵਧੀਆ ਗੱਲ ਕੀਤੀ। ਬਰਸੀਮ, ਮਿੱਠੀ ਜਵਾਰ, ਹਲਦੀ, ਇਹ ਖੇਤੀ ਦੀ ਵੀ ਗੱਲ ਕੀਤੀ ਹੈ। ਔਰ ਨਾਲ ਦੀ ਨਾਲ, ਕਿਉਂਕਿ ਮੈਂ ਥੋੜ੍ਹਾ ਜਿਹਾ ਸਮਾਂ ਵੀ ਘੱਟ ਆ,
ਜਿਵੇਂ ਤੁਸੀਂ ਮੱਕੀ, ਕਪਾਹ, ਬਾਸਮਤੀ, ਗੰਨਾ, ਦਾਲਾਂ, ਮੂੰਗਫਲੀ, ਸੂਰਜਮੁਖੀ, ਮਾਂ, ਮਸਰ, ਸਰੋਂ, ਇਹ ਸਾਰੀਆਂ ਸਬਜ਼ੀਆਂ ਦੀ ਗੱਲ ਕੀਤੀ, ਮਟਰ, ਆਲੂ, ਪਿਆਜ਼, ਲਸਣ, ਫੁੱਲ ਗੋਭੀ, ਬਾਗਬਾਨੀ, ਅਮਰੂਦ, ਨਾਸ਼ਪਤੀ, ਲੀਚੀ, ਆੜੂ ਤੇ ਬਦਾਮ, ਸਾਰੀਆਂ ਗੱਲਾਂ ਆ ਗਈਆਂ, ਬਹੁਤ ਚੰਗੀਆਂ ਲੱਗਦੀਆਂ। ਹੁਣ ਮੈਨੂੰ ਇਹ ਦੱਸੋ ਵੀ ਇਹ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੈ, ਕਿਸਾਨ ਯੂਨੀਅਨਾਂ ਦੀ ਇੱਕੋ ਜ਼ਿੰਮੇਵਾਰੀ ਹੈ? ਆਮ ਅੱਜ ਕੱਲ੍ਹ ਬੜਾ ਚੱਲ ਪਿਆ, ਤੁਹਾਡੇ ਧਰਨੇ ਬੜੇ ਮਸ਼ਹੂਰ ਆ ਵੀ ਤੁਸੀਂ ਧਰਨੇ ਲਾਉਣੇ ਤੇ ਨਾਅਰੇ ਲਾਉਣੇ ਬਸ। ਦੇਖੋ, ਇੱਕ ਪੋਜ਼ਿਟਿਵ ਏਜੰਡਾ ਪੰਜਾਬ ਦੀ ਕਿਸਾਨ ਲਹਿਰ ਨਿਰਧਾਰਿਤ ਕਰਨ ਦਾ ਉਹਦੇ ਸਿਰ ਜ਼ਿੰਮੇਵਾਰੀ ਹੈ। ਅਸੀਂ ਇੱਕ ਵੱਡਾ ਅੰਦੋਲਨ ਜਿੱਤ ਕੇ ਆਏ ਸੀ। ਕਿਰਤੀ ਕਿਸਾਨ ਯੂਨੀਅਨ ਇਸ ਨੂੰ ਪੂਰੀ ਗੰਭੀਰਤਾ ਨਾਲ ਏਜੰਡਾ ਅੱਗੇ ਵਧਾ ਰਹੀ ਹੈ। ਜੇ ਤੁਸੀਂ ਇਹ ਕਹਿ ਕੇ ਚੰਗੀ ਗੱਲ ਹੈ, ਚੰਗੀ ਲਿਆਈ ਹੈ, ਆਫਟਰ ਆਲ ਅਸੀਂ ਇਹਦੇ ਤੇ ਮੱਥਾ ਪੱਚੀ ਕੀਤੀ ਹੈ, ਰਿਸਰਚ ਕੀਤੀ ਹੈ, ਪੜ੍ਹਿਆ ਕੁਛ ਨਾ ਕੁਛ, ਜੇ ਅਸੀਂ ਇਹ ਗੱਲ ਲਿਆ ਰਹੇ ਹਾਂ ਤਾਂ ਅਸੀਂ ਇਹ ਵੀ ਚਾਹ ਰਹੇ ਹਾਂ ਕਿ ਇਸ ਨੂੰ ਆਵਾਮ ਦਾ ਜਨਮਾਨਸ ਦੀ ਸੋਝੀ ਦਾ ਹਿੱਸਾ ਬਣਾ ਕੇ ਇਸ ਨੂੰ ਏਜੰਡਾ ਬਣਾਇਆ ਜਾਵੇ, ਤਾਂ ਜੋ ਆਵਾਮ ਦਾ ਕਹਿੰਦੇ ਆ ਨਾ ਆਵਾਜ਼ ਇਹ ਖਲਕਤ ਨਗਾਰਾ ਹੈ ਖੁਦਾ ਹੋਤੀ ਹੈ, ਤੋ ਜੇ ਖਲਕਤ ਦੀ ਆਵਾਜ਼ ਇਹ ਲੋਕ ਆਵਾਜ਼ ਬਣੇਗੀ ਤਾਂ ਹੁਕਮਰਾਨ ਵੀ ਇਸ ਗੱਲ ਨੂੰ ਗੰਭੀਰਤਾ ਨਾਲ ਲੱਗੂ। ਰਮਿੰਦਰ ਜੀ, ਤੁਸੀਂ ਨਿਰਾਸ਼ ਵੀ ਸੀ ਪਿਛਲੇ ਸਮੇਂ 'ਚ, ਆਪਾਂ ਪਹਿਲਾਂ ਵੀ ਡਿਸਕਸ਼ਨ ਕੀਤੀ ਸੀ, ਜਦੋਂ ਦਿੱਲੀ ਮੋਰਚਾ ਫਤਿਹ ਕੀਤਾ ਤੁਸੀਂ, ਦਿੱਲੀ ਹਿਸਟੋਰੀਕਲ ਸੀ, ਉਹਦੇ 'ਚ ਇਕੱਲੇ ਕਿਸਾਨੀ ਨੇ ਨਹੀਂ ਸਿੱਖਿਆ, ਉਹਦੇ 'ਚ ਜਿੰਨੇ ਸੰਘਰਸ਼ੀਲ ਲੋਕ ਸੀ, ਸੁਚੇਤ ਲੋਕ ਸੀ, ਜੰਬੀਰਾਂ ਵਾਲੇ ਲੋਕ ਸੀ, ਉਹਨਾਂ ਨੇ ਉੱਥੋਂ ਬਹੁਤ ਕੁਝ ਸਿੱਖਿਆ ਤੇ ਤਕੜੇ ਵੀ ਹੋਏ। ਪਰ ਜਦੋਂ ਤੁਸੀਂ ਇੱਥੇ ਆ ਕੇ ਢਹਿ ਢੇਰੀ ਹੋ ਗਏ, ਤੁਹਾਡੀਆਂ ਸਾਰੀਆਂ ਜਿਹੜੀਆਂ ਗੱਲਾਂ ਸਾਹਮਣੇ ਆ ਗਈਆਂ ਵੀ ਕਿਵੇਂ ਤੁਸੀਂ ਸਿਆਸਤ ਕਰਦੇ ਜੇ, ਆਪਸ 'ਚ ਲੜਦੇ ਭਿੜਦੇ ਜੇ, ਤੇ ਫਿਰ ਲੱਗਦਾ ਨਹੀਂ ਵੀ ਉਹ ਤੁਸੀਂ ਉਹ ਕਿਸਾਨੀ ਅੰਦੋਲਨ ਜਿਹੜਾ ਹਿਸਟੋਰੀਕਲ ਸੀ ਉਹਦੇ 'ਤੇ ਵੀ ਦਾਗ ਲਾਤੇ, ਤੇ ਅੱਜ ਲੋਕ ਆਮ ਬੰਦੇ ਵੀ ਕਹਿੰਦੇ ਨੇ ਯਾਰ ਇਹ ਤਾਂ ਧਰਨੇ ਵਾਲੇ ਨੇ। ਇੱਥੋਂ ਤੱਕ ਵੀ ਗੱਲ ਆ ਗਈ ਵੀ ਹੁਣ ਤੇ ਧਰਨੇ ਵੱਡਿਆਂ ਲੋਕਾਂ ਨੂੰ ਬਲੈਕਮੇਲ ਕਰਨ ਨੂੰ ਵੀ ਲੱਗਦੇ ਆ। ਚਲੋ, ਇਹ ਏਜੰਡਾ ਜੇ ਨੈਰੇਟਿਵ ਇਹ ਸੈੱਟ ਹੋ ਰਿਹਾ ਤਾਂ ਕਿਰਤੀ ਕਿਸਾਨ ਯੂਨੀਅਨ ਇਹ ਜ਼ਿੰਮੇਵਾਰੀ ਨਿਭਾਉਣ ਲਈ ਹਮੇਸ਼ਾ ਤਿਆਰ ਰਹੂਗੀ। ਪੋਜ਼ਿਟਿਵ ਏਜੰਡਾ, ਪੋਜ਼ਿਟਿਵ ਨੈਰੇਟਿਵ ਜਿਹੜਾ ਲੋਕ ਪੱਖੀ ਹੋਵੇ, ਪੰਜਾਬ ਪੱਖੀ ਹੋਵੇ, ਵਾਤਾਵਰਨ ਪੱਖੀ ਹੋਵੇ, ਇਸ ਗੱਲ ਨੂੰ ਜੇ ਕਿਸਾਨ ਲਹਿਰ ਦਾ ਏਜੰਡਾ ਬਣਾਉਣ ਲਈ ਯਤਨਸ਼ੀਲ ਹੋਈਏ, ਸਾਨੂੰ ਤੁਹਾਡਾ ਹੋਰ ਸਾਰੇ ਉਹਨਾਂ ਸੁਹਿਰਦ ਲੋਕਾਂ ਦਾ ਸਾਥ ਚਾਹੀਦਾ। ਇਹ ਏਜੰਡਾ ਬਣੇਗਾ ਕਿਉਂਕਿ ਪੰਜਾਬ ਦੀ ਲੋੜ ਹੈ, ਔਰ ਜਿੱਥੇ ਲੋੜ ਹੈ ਉੱਥੇ ਹੀ ਰਾਹ ਬਣਦਾ, ਔਰ ਇਹ ਰਾਹ ਬਣਾਉਣ ਲਈ ਅੱਗੇ ਵਧਣਾ ਪਊਗਾ। ਅਸੀਂ ਇਹ ਵਿਗਾੜ ਆਏ ਆ ਕਿਸਾਨੀ ਅੰਦੋਲਨ 'ਚ, ਮੈਂ ਇਹ ਨਹੀਂ ਸਮਝਦਾ ਸਾਰੀਆਂ ਚੀਜ਼ਾਂ ਇਕਸਾਰ ਨਹੀਂ ਹੁੰਦੀਆਂ, ਸਾਰੀਆਂ ਪੰਜੇ ਉਂਗਲਾਂ ਵੀ ਇਕਸਾਰ ਨਹੀਂ ਹੈਗੀਆਂ। ਪਰ ਜੇ ਇਸ ਦੇ ਵਿੱਚ ਅੱਜ ਇੱਕ ਇਸ ਤਰ੍ਹਾਂ ਦਾ ਜੇ ਕੋਈ ਰੁਝਾਨ ਹੈਗਾ ਤਾਂ ਉਸ ਰੁਝਾਨ ਨੂੰ ਜੇ ਅਸੀਂ ਪੰਜਾਬ ਪੱਖੀ ਤੇ ਲੋਕ ਪੱਖੀ ਏਜੰਡੇ ਨਾਲ, ਪ੍ਰੋ ਵਾਤਾਵਰਨ, ਪ੍ਰੋ ਕਿਸਾਨ, ਪ੍ਰੋ ਪੰਜਾਬ, ਜਿਹਨੂੰ ਕਹਿੰਦੇ ਲੋਕ ਪੱਖੀ ਸਾਰੀ ਚੀਜ਼ ਨੂੰ, ਜੇ ਉਸ ਏਜੰਡੇ ਨੂੰ, ਉਸ ਬਰਤਾਂਤ ਨੂੰ, ਉਸ ਚੀਜ਼ ਨੂੰ ਅੱਗੇ ਵਧਾਉਂਦੇ ਆ ਤੇ ਉਹ ਲੋਕ ਆਵਾਜ਼ ਬਣਦੀ ਆ। ਮੈਨੂੰ ਲੱਗਦਾ ਕਿ ਉਹ ਸਾਰੇ ਜਿਹੜੇ ਕੋਈ ਇਸ ਤਰ੍ਹਾਂ ਦੇ ਰੁਝਾਨ ਨੇ ਉਹ ਵੀ ਇਸ ਪਾਸੇ ਆਉਣ ਲਈ ਮਜਬੂਰ ਹੋਣਗੇ। ਅਸੀਂ ਤਨਦੇਹੀ ਨਾਲ ਇਹ ਜ਼ਿੰਮੇਵਾਰੀ ਨਿਭਾਉਣ ਲਈ ਯਤਨਸ਼ੀਲ ਹਾਂ। 26 ਤਰੀਕ ਨੂੰ ਮੋਗੇ ਅਸੀਂ ਜੋ ਪੰਜਾਬ 'ਚ ਹਾਲੇ ਤੱਕ ਥੱਲੇ ਕੰਪੇਨ ਚਲਾਈ ਹੈ, ਉਹ ਸਾਰੇ ਦਾ ਜਿਹੜਾ ਆਪਣਾ 26 ਨੂੰ ਕਰ ਕੀ ਰਹੇ ਮੋਗੇ ਅਸੀਂ ਸੂਬਾਈ ਰੈਲੀ ਕਰ ਰਹੇ ਆ, ਔਰ ਇਹ ਇਸ਼ੂਆਂ ਤੇ ਹੀ ਥੱਲੇ ਕੰਪੇਨ ਕਰਕੇ ਇਹਨੂੰ ਲਿਆ ਰਹੇ ਆ, ਤਾਂ ਜੋ ਇੱਕ ਆਵਾਜ਼ ਮੰਗਾਂ ਤੇ ਕਰ ਰਹੇ ਕਿ ਕਿਸਾਨਾਂ ਨੂੰ ਅਵੇਅਰ ਕਰਨ ਲਈ ਕਰ ਰਹੇ। ਅਵੇਅਰ ਵੀ ਹੈ ਤੇ ਏਜੰਡਾ ਵੀ ਬਣੇ। ਇਹ ਗਵਰਨਮੈਂਟ ਦੇ ਲੈਵਲ ਤੇ ਵੀ ਏਜੰਡਾ ਬਣੇ ਕਿ ਉਹ ਇਸ ਨੂੰ ਐਡਰੈਸ ਕਰੇ। ਇਹ ਕਿਸਾਨ ਲਹਿਰ ਦਾ ਏਜੰਡਾ ਵੀ ਬਣੇ, ਇਹ ਸੰਯੁਕਤ ਕਿਸਾਨ ਮੋਰਚੇ ਦਾ ਵੀ ਏਜੰਡਾ ਬਣੇ, ਬਾਕੀ ਜਥੇਬੰਦੀਆਂ, ਹਰ ਘਰ ਤੱਕ ਨਹਿਰੀ ਪਾਣੀ, ਹਰ ਘਰ ਤੱਕ ਸਾਫ਼ ਪੀਣ ਵਾਲਾ ਪਾਣੀ। ਜੇ ਇਹ ਲੋਕ ਆਵਾਜ਼ ਬਣੇ ਤਾਂ ਇਸ ਪਾਸੇ ਨੂੰ ਗੱਲ ਤੁਰੂਗੀ। ਲਾਜ਼ਮੀ ਤੌਰ ਤੇ ਫਿਰ ਖੇਤੀ ਨੀਤੀ ਦੇ ਵਿੱਚ ਖੇਤੀ ਮਾਡਲ ਦਾ ਸਵਾਲ ਵੀ ਆਏਗਾ, MSP ਦਾ ਸਵਾਲ ਵੀ ਆਏਗਾ। ਇਹ ਸਾਰੇ ਸਵਾਲ ਆਉਣਗੇ। ਜੇ ਇਹ ਏਜੰਡਾ ਬਣੇ ਤਾਂ ਫਿਰ ਇਹ ਗੱਲ ਵੀ ਆਊਗੀ ਕਿ ਨਾੜ ਨੂੰ ਅੱਗ ਨਹੀਂ ਲਾਉਣੀ ਚਾਹੀਦੀ, ਇਹ ਠੀਕ ਨਹੀਂ ਹੈ। ਔਰ ਫਿਰ ਇਹ ਵੀ ਗੱਲ ਆਏਗੀ ਕਿ ਜਿਹੜਾ ਪ੍ਰੋਟੈਸਟ ਹੈ, ਪ੍ਰੋਟੈਸਟ ਦੀਆਂ ਫੋਰਮਸ ਨੇ, ਇਹ ਲੋਕਾਂ ਲਈ ਰਾਹਤ ਦਿਵਾਉਣ ਲਈ ਜਾਂ ਲੋਕਾਂ ਨੂੰ ਨਿਆਂ ਦਿਵਾਉਣ ਲਈ ਹੁੰਦਾ ਹੈ। ਇਹ ਜੇ ਲੋਕ ਇਸ ਨੂੰ ਹੋਰ ਨੈਰੇਟਿਵ 'ਚ ਦੇਖਣ ਤਾਂ ਸਾਨੂੰ ਜ਼ਰੂਰ ਰੀਥਿੰਕ ਕਰਨਾ ਚਾਹੀਦਾ। ਪਰ ਮੈਨੂੰ ਇਹ ਲੱਗਦਾ ਕਿ ਬਹੁਤ ਕਿਸਮ ਦਾ ਨੈਰੇਟਿਵ ਚੱਲ ਰਿਹਾ। ਪੋਜ਼ਿਟਿਵ ਨੈਰੇਟਿਵ ਨੂੰ ਜੇ ਅੱਗੇ ਵਧਾਈਏ ਤਾਂ ਪੰਜਾਬ ਦੇ ਫਾਇਦੇ 'ਚ, ਲੋਕਾਂ ਦੇ ਫਾਇਦੇ 'ਚ, ਦੇਸ਼ ਦੇ ਫਾਇਦੇ 'ਚ। ਰਮਿੰਦਰ ਜੀ, ਅਖੀਰਲਾ ਸਵਾਲ, ਮੈਂ ਫਿਰ ਦਿੱਲੀ ਅੰਦੋਲਨ 'ਤੇ ਹੀ ਆਊਂਗਾ। ਦਿੱਲੀ ਅੰਦੋਲਨ ਜਿੰਨਾ ਕੁ ਮੈਂ ਨੇੜਿਓਂ ਜਾ ਕੇ ਦੇਖਿਆ, ਉੱਥੇ ਦੇਖਿਆ ਕਿਵੇਂ ਰਮਿੰਦਰ ਸਿੰਘ ਹੋਣੀ, ਕਿਵੇਂ ਬਲਬੀਰ ਰਾਜੇਵਾਲ ਜੀ, ਕਿਵੇਂ ਹੋਰ ਸਾਰੀ ਲੀਡਰਸ਼ਿਪ ਜਿਹੜੀ ਸੀ, ਮੈਂ ਕਿਹਦਾ ਨਾਂ ਲਵਾਂ, ਉਹ ਲੱਗੇ ਪਏ ਸੀ, ਔਰ ਸਾਰੀ ਦੁਨੀਆ ਦੀ ਉਹਨਾਂ ਨੇ ਅੱਖ ਆਪਣੇ 'ਤੇ ਟਿਕਾ ਲਈ ਸੀ। ਪੰਜਾਬ 'ਤੇ ਸਾਰਾ ਕੀ ਕਹਿੰਦੇ ਆ ਉਛਲ ਕੇ ਤੁਹਾਡੀ ਝੋਲੀ 'ਚ ਬਹਿ ਗਿਆ ਸੀ ਦਿੱਲੀ ਜਾ ਕੇ ਵੀ ਇਹ ਤੇ ਪੰਜਾਬ ਦਾ ਅੰਦੋਲਨ ਹੈ, ਰਮਿੰਦਰ ਹੋਣਾ ਦਾ ਜਾਂ ਰਾਜੇਵਾਲ ਹੋਣਾ ਦਾ ਜਾਂ ਕਿਸੇ ਹੋਰ ਲੀਡਰ ਦਾ ਅੰਦੋਲਨ ਨਹੀਂ ਗਾ।
ਜਦੋਂ ਤੁਸੀਂ ਵਾਪਸ ਆਏ, ਜਿਵੇਂ ਮੈਂ ਪਹਿਲਾਂ ਬਾਰ-ਬਾਰ ਨਹੀਂ ਕਹਿਣਾ ਚਾਹੁੰਦਾ, ਨਿਰਾਸ਼ਾ ਆਈ, ਪੰਜਾਬ ਤੇ ਨਿਰਾਸ਼ ਹੋ ਹੀ ਗਿਆ। ਕਿਤੇ ਲੱਗਦਾ ਹੈ ਵੀ ਉਹ ਅੰਦੋਲਨ ਤਹਿਤ ਜਿਹੜੇ ਇੱਕ ਕੜੀ ਬਣੀ ਸੀ ਏਕਤਾ ਦੀ, 32 ਜਥੇਬੰਦੀਆਂ 33 ਜਥੇਬੰਦੀਆਂ ਇਕਜੁੱਟ ਹੋ ਗਈਆਂ, ਸਰਕਾਰਾਂ ਨੂੰ ਅੱਗੇ ਲਾਤਾ, ਉਹ ਦੁਬਾਰਾ ਕਿਤੇ ਦਿਨ ਆ ਸਕਦੇ? ਮੈਂ ਸਮਝਦਾ ਕਿ ਜੇ ਹਰ ਖੇਤ ਤੱਕ ਨਹਿਰੀ ਪਾਣੀ ਤੇ ਹਰ ਘਰ ਤੱਕ ਪੀਣ ਵਾਲਾ ਸਾਫ਼ ਪਾਣੀ ਤੇ ਕਰਜ਼ਾ ਮੁਕਤੀ ਤੇ MSP ਤੇ ਬਦਲਵਾਂ ਮਾਡਲ, ਜੇ ਪੰਜਾਬ ਦੀ ਕਿਸਾਨ ਲਹਿਰ ਦਾ ਏਜੰਡਾ ਅੱਗੇ ਵੱਧਦਾ ਤਾਂ ਇਹ ਸਾਰੀਆਂ ਧਰਾਵਾਂ ਇੱਕ ਵਾਰੀ ਫੇਰ ਜ਼ੋਰ ਲਾਉਣ ਲਈ, ਇੱਕ ਮੰਚ ਤੇ ਆਉਣ ਲਈ, ਇਕੱਠੀਆਂ ਹੋਣ ਲਈ ਮਜਬੂਰ ਹੋਣਗੇ। ਏਜੰਡਾ ਹੈ ਰਾਜੇਵਾਲ ਹੋਣ ਲਈ, ਬੇਸ਼ੱਕ ਚਾਹੇ ਅਲੱਗ ਨੇ, ਪਰ ਪਾਣੀ ਦੇ ਸਵਾਲ ਤੇ ਉਹ ਵੀ ਇਹ ਗੱਲ ਕਰ ਰਹੇ ਨੇ। ਇੱਕ ਵਾਰੀ ਇਹ ਮਿਲੇ ਵੀ ਸੀ ਔਰ ਮੈਂ ਕਿਹਾ ਸੀ ਕਿ ਦੇਰ ਸਵੇਰ ਇਕੱਠੇ ਹੋਵਾਂਗੇ ਇਸ ਗੱਲ ਤੇ, ਸਥਿਤੀ ਨੇ ਸਾਨੂੰ ਉੱਥੇ ਲੈ ਜਾਣਾ, ਠੀਕ ਹੈ। ਔਰ ਅਸੀਂ ਇਸ ਲਈ ਯਤਨਸ਼ੀਲ ਵੀ ਹਾਂ। ਸੰਯੁਕਤ ਕਿਸਾਨ ਮੋਰਚਾ ਲਗਭਗ ਪੁਰਾਣੀਆਂ 32 ਜਥੇਬੰਦੀਆਂ ਚੋਂ 22-23 ਇਕੱਠੀਆਂ ਹੀ ਨੇ। ਅਸੀਂ ਖਾਸਾ ਹਿੱਸਾ ਇਕੱਠਾ ਕਰਨ 'ਚ ਕਾਮਯਾਬ ਹੋ ਗਏ ਸੀ। ਜਿਹੜੇ 10 ਵੀਰ ਹਾਲੇ ਵੀ ਪਾਸੇ ਨੇ ਆਪਣੀਆਂ ਜਥੇਬੰਦੀਆਂ ਨੂੰ ਲੈ ਕੇ, ਦੇਰ ਸਵੇਰ ਆਉਣਗੇ, ਪੋਜ਼ਿਟਿਵ ਏਜੰਡੇ ਤੇ ਗੱਲ ਅੱਗੇ ਵਧਾਈਏ ਤਾਂ ਕਿਸਾਨ ਲਹਿਰ ਨੂੰ ਲੋਕਾਂ ਦਾ ਸਹਿਯੋਗ ਵੀ ਮਿਲੇਗਾ। ਕਿਉਂਕਿ ਉਦੋਂ ਵੀ ਜੇ ਉਹ ਪੋਜ਼ਿਟਿਵ ਚੀਜ਼ ਸੀ, ਲੋਕਾਂ ਦੀ ਹੋਂਦ ਦਾ ਸਵਾਲ ਸੀ, ਤਾਂ ਪੰਜਾਬ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਮੈਂ ਇਸ ਗੱਲ ਦੇ ਉੱਪਰ ਕਿ ਪੰਜਾਬ ਦੀ ਤਾਂ ਇੱਕ ਕਿਸਮ ਨਾਲ ਉਹ ਲੋਕ ਲਹਿਰ ਸੀ। ਪੰਜਾਬ ਦਾ ਤਾਂ ਇੱਕ ਕਿਸਮ ਨਾਲ ਇਨਕਲਾਬ ਸੀ। ਉਹ ਪੰਜਾਬ ਦੇ ਸਾਰੇ ਲੋਕ ਉਸ 'ਚ ਸ਼ਾਮਲ ਸੀ, ਚਾਹੇ ਕੋਈ ਖੇਤੀ ਧੰਦੇ ਨਾਲ ਸਿੱਧਾ ਜੁੜਿਆ, ਚਾਹੇ ਅਸਿੱਧਾ ਜੁੜਿਆ, ਸਾਰਿਆਂ ਦਾ ਸਪੋਰਟ ਸੀ। ਤਾਂ ਪੰਜਾਬੀ ਹੁਣ ਵੀ ਜੇ ਕਿਤੇ ਇਸ ਤਰ੍ਹਾਂ ਦਾ ਹੋਣ ਦਾ ਸਵਾਲ ਆਏਗਾ, ਉਹ ਹਮੇਸ਼ਾ, ਕਿਉਂਕਿ ਪੰਜਾਬੀ ਉਦਮੀ ਨੇ, ਮਿਹਨਤੀ ਨੇ, ਰਿਸਕ ਲੈਣ ਵਾਲੇ ਨੇ, ਤਾਂ ਰਿਸਕ ਇਸ ਗੱਲ ਲਈ ਲੈਂਦੇ ਨੇ ਕਿ ਸਮਾਜ ਅੱਗੇ ਵੱਧ ਸਕੇ, ਸਮਾਜ ਅੱਗੇ ਤੁਰ ਸਕੇ। ਗੁਰੂਆਂ ਦੀ ਸਿੱਖਿਆ ਵੀ ਇਹੀ ਹੈ ਔਰ ਅਸੀਂ ਇਸ ਸਿੱਖਿਆ ਤਹਿਤ ਪੋਜ਼ਿਟਿਵ ਏਜੰਡਾ ਅੱਗੇ ਵਧਾਵਾਂਗੇ। ਪੰਜਾਬ ਦੇ ਲੋਕਾਂ ਨੇ ਜੇ ਕਬੂਲ ਕੀਤਾ ਤਾਂ ਲਹਿਰ ਬਣੂਗੀ ਅੱਗੇ ਵਧ। ਮਿਹਰਬਾਨੀ, ਥੈਂਕ ਯੂ। ਸੋ ਇੱਕ ਤਾਂ ਅਸੀਂ ਇਹ ਆਸ ਕਰਦੇ ਹਾਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜਿਹੜਾ ਖੇਤੀ ਨੀਤੀ ਬਣਾਉਣ ਦਾ ਇੱਕ ਕਦਮ ਚੁੱਕਿਆ, ਰਮਿੰਦਰ ਵਰਗੇ ਤੇ ਹੋਰ ਜਿਹੜੇ ਕਿਸਾਨ ਲੀਡਰ ਨੇ ਸਾਰੇ ਰਲ ਕੇ ਪੰਜਾਬ ਨੂੰ ਚੰਗੀ ਖੇਤੀ ਨੀਤੀ ਦੇਣਗੇ। ਔਰ ਇੱਕ ਰਮਿੰਦਰ ਹੋਣਾ ਨੇ ਜਿਹੜੀ ਗੱਲ ਕਹੀ ਹੈ ਵੀ ਪੰਜਾਬ ਵੀ ਆਸ ਕਰਦਾ ਔਰ ਕਿਸਾਨੀ ਅੰਦੋਲਨ ਜਿਹੜਾ ਉਹ ਵੀ ਆਸ ਕਰਦਾ ਔਰ ਯਤਨਸ਼ੀਲ ਹੈ ਵੀ ਦਿੱਲੀ ਵਰਗਾ ਜਿਹੜਾ ਇੱਕ ਯੂਨਿਟੀ ਸੀ, ਇੱਕ ਏਕਤਾ ਸੀ, ਇੱਕ ਸੰਘਰਸ਼ੀ ਕਹਿ ਲਈਏ ਅਖਾੜਾ ਸੀ, ਦੁਬਾਰਾ ਫਿਰ ਉਸਰਨ ਦੇ ਪੂਰੇ ਅਸਾਰ ਨੇ।